ਅੱਜ ਆਪਾਂ 17ਵੀਂ ਜਿਹੜੀ ਹੈਗੀ ਪੌੜੀ ਉਹ ਜਿਹੜੀ ਹੈਗੀ ਆ ਵਾਰ ਆਪਾਂ ਲੈ ਰਹੇ ਹਾਂ ਸ੍ਰੀ ਰਾਗ ਦੇ ਵਿੱਚ ਚੌਥੀ ਪਾਤਸ਼ਾਹੀ ਦੀ, ਉਹਦੇ ਵਿੱਚ 17ਵੀਂ ਪੌੜੀ ਲੈ ਰਹੇ ਹਾਂ ਆਪਾਂ। ਮਹਾਰਾਜ ਮਿਹਰ ਕਰਨ, ਗਿਆਨ ਦੇਣਾ ਆਪਾਂ ਨੂੰ। ਇਹ ਅੰਗ 99 89 ਸ਼ਲੋਕ ਮਹੱਲਾ ਤੀਜਾ। ਮਨਮੁਖ ਮੈਲੀ ਕਾਮਣੀ ਕੁਲੱਖਣੀ ਕੂਨਾਰ। ਇੱਕਦਮ ਹੀ ਸਾਰੇ ਇਕੱਠੇ ਆ ਜਾਂਦੇ ਬਾਅਦ ਵਿੱਚ 10 ਮਿੰਟ ਬਾਅਦ। ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ, ਫਿਰ ਛੋੜਿਆ ਘਰ ਆਪਣਾ ਪਰ ਪੁਰਖੇ ਨਾਲ ਪਿਆਰ। ਹੁਣ ਦੇਖੋ ਭਾਈ, ਇਹ ਮਹਾਰਾਜ ਜਿਹੜੇ ਹੈਗੇ ਕੀ ਪਹੇਲੀ ਹੈਗੀ ਆ ਵੀ ਪਰਪੁਰਖ ਨਾਲ ਪਿਆਰ ਔਰ ਆਪਣਾ ਪਤੀ ਜਿਹੜਾ ਹੈਗਾ ਘਰ ਛੱਡ ਦਿੱਤਾ। ਉਹਨੂੰ ਪਤਾ ਹੀ ਨਹੀਂ ਹੈਗਾ ਕਿ ਮੇਰਾ ਜਿਹੜਾ ਹੈਗਾ ਪਤੀ ਜਿਹੜਾ ਹੈਗਾ ਮੇਰੇ ਘਰ ਦੇ ਵਿੱਚ ਹੈਗਾ। ਆਪਣਾ ਪਤੀ ਜਿਹੜਾ ਹੈਗਾ ਆਪਣੀ ਆਤਮਾ ਹੀ ਹੈਗੀ, ਆਪਣਾ ਪਤੀ ਉਹ ਪਰਮਾਤਮਾ, ਇਹ ਆਤਮਾ ਹੀ ਆਤਮਾ ਨੂੰ ਮਿਲ ਗਏ, ਸੁਰਤ ਆਤਮਾ 'ਚ ਸਮਾ ਗਈ ਅਤੇ ਉਹ ਮਾਲਕ ਪਰਮਾਤਮਾ ਆਪਣਾ ਪਤੀ ਮਿਲ ਗਿਆ। ਕਹਿੰਦੇ ਪਤਾ ਹੀ ਨਹੀਂ ਹੈ ਆਪਣਾ ਪਤੀ ਕਿੰਨੇ ਕੁ ਗੁਣਾਂ ਵਾਲਾ ਹੈਗਾ ਔਰ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਹੈਗਾ। ਉਸ ਮਾਲਕ ਪਰਮਾਤਮਾ ਨੇ ਆਹੀ ਤਾਂ ਗੇਮ ਪਾਈ ਹੋਈ ਆ। ਉਸ ਮਾਲਕ ਪਰਮਾਤਮਾ ਨੇ ਆਪਣੇ ਤੋਂ ਜੀਵ ਜਿਹੜੇ ਹੈਗੇ ਵੱਖ ਕਰਕੇ ਅਤੇ ਇੱਕ ਜਿਹੜਾ ਹੈਗਾ ਪਰਪੁਰਖ ਕਹਿ ਲਓ ਜਾਂ ਪਰ ਇਸਤਰੀ ਕਹਿ ਲਓ, ਐਸੀ ਸੋਹਣੀ ਜਿਹਨੂੰ ਮਾਇਆ ਕਹਿੰਦੇ ਆ, ਉਹ 5 ਤੱਤਾਂ ਦਾ ਜਿਹੜਾ ਹੈਗਾ ਸੰਸਾਰ ਇਹ ਰਚ ਦਿੱਤਾ। ਇਹ ਪਰਪੁਰਖ ਹੈਗਾ ਔਰ ਜਾਂ ਪਰ ਇਸਤਰੀ ਕਹਿ ਲਓ। ਕਹਿੰਦੇ ਇਹ ਐਸੀ ਰਚੀ ਮਾਲਕ ਨੇ, ਕਹਿੰਦੇ ਕਿ ਬਸ ਇਸ ਪਰਪੁਰਖ ਨੂੰ ਤੂੰ ਬੁੱਝ ਜਾਣਾ ਆ ਅਤੇ ਵਾਪਸ ਜਿਹੜਾ ਹੈਗਾ ਆਪਣੇ ਪਤੀ ਕੋਲ ਆ ਜਾਣਾ ਆ। ਆਹੀ ਗੇਮ ਪਾਈ ਹੋਈ ਆ। ਇਹੀ ਦੇਖਦੇ ਹਾਂ ਵੀ ਤੂੰ ਜਿਹੜੀ ਹੈਗੀ ਆ ਤੂੰ ਇਹਨੂੰ ਬੁੱਝ ਸਕਦੀ ਆ, ਇਹ ਪਰਪੁਰਖ ਨੂੰ ਛੱਡ ਸਕਦੀ ਆ ਜਾਂ ਪਰ ਇਸਤਰੀ ਨੂੰ ਛੱਡ ਸਕਦਾ ਹੈ। ਇਹੀ ਖੇਡ ਮਾਲਕ ਨੇ ਪਾਈ ਹੋਈ। ਕਹਿੰਦੇ ਉਹ ਕਿੰਨੀ ਵਧੀਆ ਖੇਡ ਹੈਗੀ, ਕਿੰਨੀ ਇੰਟਰਸਟਿੰਗ ਖੇਡ ਹੈਗੀ ਆ। ਐਸਾ ਮਾਲਕ ਪਰਮਾਤਮਾ ਹੈਗਾ ਕਿਹੋ ਜਿਹੀ ਗੇਮ ਖੇਡ ਰਿਹਾ ਆ। ਕਹਿੰਦੇ ਤੂੰ ਜਿਹੜਾ ਹੈਗਾ ਇਸ ਆਹੀ ਗੇਮ ਹੈਗੀ ਆਪਣੀ, ਤੂੰ ਉਹਨੂੰ ਬੁੱਝ ਜਾ ਅਤੇ ਮੇਰੇ ਔਰ ਤੈਨੂੰ ਮੈਂ ਗਾਈਡ ਵੀ ਦੇ ਦਿੰਦਾ ਹੈ, ਬ੍ਰਹਮ ਗਿਆਨੀ ਵੀ ਦੇ ਦਿੰਦਾ ਹੈ, ਉਹ ਤੈਨੂੰ ਗਿਆਨ ਦੇਣਗੇ। ਪਰ ਪਰਪੁਰਖ ਦਾ ਸਵਾਦ ਜਿਹੜਾ ਹੈਗਾ ਉਹ ਐਸਾ ਹੋਊਗਾ, ਪਰ ਇਸਤਰੀ ਦਾ ਸਵਾਦ, ਕਿ ਤੇਰੇ ਕੋਲੋਂ ਛੱਡਿਆ ਨਹੀਂ ਜਾਣਾ ਭਾਈ। ਆਹੀ ਗੇਮ ਹੈਗੀ ਆ। ਉਹ ਕਹਿੰਦੇ ਇਹਦੇ ਲਈ ਸਮਾਂ ਤੂੰ ਜਿਹੜਾ ਹੈਗਾ ਨਿਰਧਾਰਿਤ ਸਮਾਂ ਹੈ, ਮਨੁੱਖ ਜੂਨ ਨਿਰਧਾਰਿਤ ਹੈਗੀ। ਇਸ ਤੋਂ ਬਾਅਦ ਫਿਰ ਜਿਹੜਾ ਹੈਗਾ ਜੇ ਤੂੰ ਹਾਰ ਗਈ ਅਤੇ ਫਿਰ ਤੈਨੂੰ ਵਾਪਸ ਜਿਹੜਾ ਹੈਗਾ ਉਹ ਜੂਨਾਂ ਦੇ ਵਿੱਚ ਦੁੱਖ ਦਾਰੂ ਸੁੱਖ ਰੋਗ ਪਿਆ। ਫਿਰ ਤੈਨੂੰ ਜਿਹੜਾ ਦੁਬਾਰਾ ਜਿਹੜਾ ਹੈਗਾ ਚਾਂਸ ਦਊਂਗਾ, ਪਰ ਤੈਨੂੰ ਜਿਹੜਾ ਹੈਗਾ ਇਹ ਪ੍ਰੋਸੈਸ ਦੇ ਵਿੱਚੋਂ ਦੀ ਜੂਨਾਂ ਦੇ ਵਿੱਚੋਂ ਦੀ ਲੰਘਣਾ ਪਊਗਾ। ਅਤੇ ਮਨ ਦੇ ਪਿੱਛੇ ਜਿਹੜਾ ਹੈਗਾ ਮਨ ਐਸਾ ਹੈ ਕਿ ਐਸਾ ਮਾਲਕ ਨੇ ਬਣਾਇਆ ਹੋਇਆ ਆ ਕਿ ਮੱਲੋ ਮੱਲੀ ਜਿਹੜਾ ਹੈ ਪਰ ਪੁਰਖ ਔਰ ਪਰ ਇਸਤਰੀ ਦੇ ਨਾਲ ਪਿਆਰ ਪਾ ਲੈਂਦਾ, ਛੱਡ ਹੀ ਨਹੀਂ ਪਾਉਂਦਾ। ਮਨਮੁਖ ਮੈਲੀ ਕਾਮਣੀ, ਕਹਿੰਦੇ ਜੀਵ ਇਸਤਰੀ ਮੈਲੀ ਹੋ ਗਈ ਭਾਈ। ਮਨ ਦੇ ਨਾਲ ਮਨ ਛਾ ਗਿਆ ਉਹਦੇ ਉੱਤੇ, ਆਪਣੇ ਆਪ ਆਪਣੇ ਪਤੀ ਨੂੰ ਨਹੀਂ ਬੁੱਝ ਪਾਈ। ਮਨਮੁਖ ਮੈਲੀ ਕਾਮਣੀ ਕਹਿ ਰਹੇ ਆ। ਕੁਲੱਖਣੀ, ਕਹਿੰਦੇ ਇਹਨੇ ਜਿਹੜਾ ਹੈਗਾ ਪਰਮਾਤਮਾ ਨੂੰ ਆਪਣੇ ਪਤੀ ਨੂੰ ਜਿਹੜਾ ਹੈਗਾ ਇਹ ਪਤੀ ਕੋਲ ਚਲੇ ਜਾਂਦੀ ਅਤੇ ਇਹ ਜਿਹੜੀ ਹੈਗੀ ਰੱਜ ਜਾਣਾ ਸੀ ਇਹਨੇ। ਪਰ ਇਹ ਪਰਪੁਰਖ ਐਸਾ ਬਣਾਇਆ ਮਾਲਕ ਨੇ, ਪਰ ਇਸਤਰੀ ਐਸੀ ਬਣਾਈ ਜਿਹਦੇ ਨਾਲ ਕਿ ਰੱਜ ਆਉਣਾ ਹੀ ਨਹੀਂ ਹੈਗਾ। ਔਰ ਇਨਸਾਨ ਜਿਹੜਾ ਹੈਗਾ ਜੀਵ ਜਿਹੜਾ ਹੈਗਾ ਪਰਪੁਰਖ ਪਰ ਇਸਤਰੀ ਦੇ ਨਾਲ ਇੰਨਾ ਪਿਆਰ ਪਾ ਲੈਂਦਾ ਹੈ ਕਿ ਉਹਦੇ ਅੰਦਰ ਐਸੇ ਭੈੜੇ ਲੱਖਣ ਪੈਦਾ ਹੋ ਜਾਂਦੇ ਆ। ਕੁਨਾਰ ਕਹਿੰਦੇ ਆ ਬਈ ਭੈੜੀ ਇਸਤਰੀ ਹੋ ਜਾਂਦੀ ਆ। ਬਦਚਲਨ ਕਹਿ ਲਓ, ਮਾੜੇ ਲੱਖਣਾਂ ਵਾਲੀ ਕਹਿ ਲਓ। ਕਹਿੰਦੇ ਐਸਾ ਜਿਹੜਾ ਹੈਗਾ ਮੋਹੀ ਜਾਂਦੀ ਆ ਭਾਈ, ਆਪਾਂ ਮੋਹੇ ਜਾਂਦੇ ਹਾਂ। ਆਪਾਂ ਇਹ ਕੋਈ ਔਰਤ ਆਦਮੀ ਦੀ ਗੱਲ ਨਹੀਂ ਹੋ ਰਹੀ,
ਇਹ ਜਿਹੜਾ ਹੈਗਾ ਆਪਣੇ ਸਾਰੇ ਜਿਹੜੇ ਮਨੁੱਖ ਹੈਗੇ ਉਹਨਾਂ ਦੀ ਸਾਰਿਆਂ ਦੀ ਗੱਲ ਹੋ ਰਹੀ ਹੈ। ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ, ਫਿਰ ਛੋੜਿਆ ਘਰ ਆਪਣਾ ਆਪਣਾ ਪਤੀ ਛੱਡ ਦਿੱਤਾ ਘਰ ਦੇ ਵਿੱਚ। ਪਰ ਪੁਰਖੇ ਨਾਲ ਪਿਆਰ, ਬਸ ਆ ਪਰ ਪੁਰਖ ਜੋ ਮਾਇਆ, ਜੋ ਸਵਾਦ, ਜੋ ਚੋਗਾ, ਜੋ ਖਿਲਾਰਿਆ ਹੋਇਆ ਮਾਲਕ ਨੇ, ਕਹਿੰਦੇ ਉਹ ਬਹੁਤ ਜ਼ਿਆਦਾ ਅਟਰੈਕਟਿਵ ਹੈ। ਪਰ ਪੁਰਖ ਬਣਾਇਆ ਮਾਲਕ ਨੇ ਹੈਗਾ, ਹੈ ਝੂਠ ਹੈਗਾ, ਹੈ ਡਮੀ ਹੈ, ਪਰ ਜਿਹੜਾ ਹੈਗਾ ਨਹੀਂ ਛੱਡਿਆ ਜਾਂਦਾ। ਫਿਰ ਛੋੜਿਆ ਘਰ ਆਪਣਾ, ਆਪਣਾ ਘਰ ਹੀ ਛੱਡ ਦਿੱਤਾ, ਪਤੀ ਵੀ ਘਰ ਹੀ ਹੈਗਾ, ਬਸ ਪਰਾਏ ਪੁਰਖ ਨਾਲ ਜਾ ਕੇ ਜਿਹੜਾ ਹੈਗਾ ਹੋ ਗਈ ਸ਼ੁਰੂ ਰੰਗਰੇਲੀਆਂ ਮਨਾਉਣ ਵਾਸਤੇ। ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ, ਫਿਰ ਛੋੜਿਆ ਘਰ ਆਪਣਾ, ਪਰ ਪੁਰਖੇ ਨਾਲ ਪਿਆਰ, ਤ੍ਰਿਸ਼ਨਾ ਕਦੇ ਨਾ ਚੁੱਕੇ ਜਲਦੀ ਕਰੇ ਪੁਕਾਰ। ਕਹਿੰਦੇ ਪਰ ਪੁਰਖ ਦੇ ਨਾਲ ਜਿਹੜਾ ਹੈਗਾ ਇਹ ਸਵਾਦ ਹੈਗੇ, ਉਹਦੇ ਵਿੱਚ ਜਿਹੜਾ ਹੈਗਾ, ਪਰ ਉਹਦੇ 'ਚ ਰੱਜ ਹੈ ਨਹੀਂ ਗਾ, ਅਤੇ ਉਹਦੇ 'ਚ ਸਾੜਾ ਹੈਗਾ। ਔਰ ਉਮਰ ਵੀ ਸੜੀ ਜਾਂਦੀ ਹੈ ਭਾਈ, ਚਾਂਸ ਜਾਈ ਜਾ ਰਿਹਾ, ਉਮਰ ਜਾ ਰਹੀ ਹੈ, ਚਾਂਸ ਜਾ ਰਿਹਾ ਆ, ਸਰੀਰ ਕਮਜ਼ੋਰ ਹੋ ਰਿਹਾ ਆ। ਇਹ ਪਰ ਪੁਰਖ ਨੂੰ ਭੋਗਣ ਦੀ ਤਾਕਤ ਵੀ ਖਤਮ ਹੋ ਰਹੀ ਹੈ, ਪਰ ਛੱਡਿਆ ਜਾਂਦਾ ਨਹੀਂ ਹੈ। ਤ੍ਰਿਸ਼ਨਾ ਮੁੱਕਦੀ ਨਹੀਂ ਹੈ, ਸਵਾਦ ਮੁੱਕਦੇ ਨਹੀਂ ਹੈ। ਤ੍ਰਿਸ਼ਨਾ ਕਦੇ ਨਾ ਚੁੱਕੇ, ਬਾਣੀ ਗਰੰਟੀ ਲੈ ਰਹੀ ਹੈ, ਕਹਿੰਦੇ ਮਰ ਜਾਏਗਾ ਪਿਆਰਿਆ, ਜਿੰਨੇ ਮਰਜ਼ੀ ਜਨਮ ਲੈ ਲਾ, ਕਦੀ ਤ੍ਰਿਸ਼ਨਾ ਤੇਰੀ ਮੁੱਕ ਹੀ ਨਹੀਂ ਸਕਦੀ। ਇਹ ਡਮੀ ਹੈਗਾ, ਇਹ ਝੂਠ ਹੈਗਾ, ਇਹ ਪਰ ਪੁਰਖ ਜਿਹੜਾ ਹੈਗਾ ਇਹ ਤੈਨੂੰ ਧੋਖਾ ਦੇਣ ਵਾਸਤੇ ਜਿਹੜਾ ਹੈਗਾ ਇਹ ਸਵਾਦ, ਇਹ ਰਚਨਾ, ਆਹੀ ਗੇਮ ਹੈਗੀ। ਜੇ ਇਸ ਨੂੰ ਬੁੱਝ ਸਕਦਾ ਹੈ ਤੇ ਬੁੱਝ ਲਾ ਪਿਆਰਿਆ। ਆਹ ਗੁਰੂ ਆਪਣੇ ਆਹ ਦੇਖੋ ਤੀਸਰੀ ਪਾਤਸ਼ਾਹੀ ਆਹ ਮੱਤ ਦੇ ਰਹੀ ਆਪਾਂ ਨੂੰ, ਬਈ ਨਾ ਜਿਹੜਾ ਹੈਗਾ ਪਰ ਪੁਰਖ ਨਾਲ ਪਿਆਰ ਪਾ। ਤ੍ਰਿਸ਼ਨਾ ਕਦੇ ਨਾ ਚੁੱਕੇ ਜਲਦੀ ਕਰੇ ਪੁਕਾਰ। ਫਿਰ ਪੁਕਾਰ ਕਰਦੀ ਹੈ, ਸੜਦਾ ਇਨਸਾਨ ਜਿਹੜਾ ਸੜ ਰਿਹਾ ਹੋਏ ਤੇ ਉਹ ਤਾਂ ਪੁਕਾਰ ਕਰੂਗਾ ਹੀ ਭਾਈ। ਇਹ ਸਵਾਦਾਂ ਦੇ ਵਿੱਚ ਦੁੱਖ ਹੈਗਾ। ਨਾਨਕ ਬਿਨ ਨਾਵੈ ਕੁਰੂਪ ਕੁਸੋਹਣੀ, ਪਰ ਹਰੇ ਛੋਡੀ ਪਤਾਰ। ਔਰ ਮਾਲਕ ਵੀ ਕਹਿੰਦਾ ਨੋਵੇ, ਜਦ ਤੱਕ ਤੂੰ ਜਿਹੜਾ ਹੈਗਾ ਪਰ ਪੁਰਖ ਨੂੰ ਨਹੀਂ ਛੱਡਦੀ। ਔਰ ਇਹਦੇ ਵਾਸਤੇ ਗੁਰੂ ਬ੍ਰਹਮ ਗਿਆਨੀ ਗਾਈਡ ਹੈਗੇ, ਅਤੇ ਉਹ ਨਾਮ ਦੀ ਦਵਾਈ ਦਿੰਦੇ ਆ ਭਾਈ। ਜਦ ਤੱਕ ਤੂੰ ਨਾਮ ਵਾਲੀ ਦਵਾਈ ਜਿਹੜੀ ਨਹੀਂ ਲਾਉਂਦੀ, ਤਦ ਤੱਕ ਜਿਹੜੀ ਹੈਗੀ ਤੂੰ ਚੰਗੀ ਨਹੀਂ ਹੋ ਸਕਦੀ। ਔਰ ਤਦ ਤੱਕ ਜਿਹੜਾ ਹੈਗਾ ਮੈਂ ਵੀ ਤੈਨੂੰ ਜਿਹੜਾ ਹੈਗਾ ਮੈਂ ਵੀ ਤੈਨੂੰ ਤਿਆਗਿਆ ਹੋਇਆ ਹੈ। ਨਾਨਕ ਬਿਨ ਨਾਵੇਂ ਕੁਰੂਪ ਕੁਸੋਹਣੀ, ਪਰ ਹਰੇ ਛੋਡੀ ਪਤਾਰ। ਪਤਾਰ ਨੇ ਪਰੇ ਕਰਕੇ ਛੱਡ ਦਿੱਤੀ। ਕਹਿੰਦੇ ਤੇਰਾ ਪਿਆਰ ਜਦ ਤੱਕ ਪਰ ਪੁਰਖ ਦੇ ਨਾਲ ਹੈਗਾ, ਤਦ ਤੱਕ ਮੈਂ ਤੇਰੇ ਨਾਲ ਗੱਲਬਾਤ ਨਹੀਂ ਕਰਨੀ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ, ਉਹਨਾਂ ਨੇ ਨਾ ਇੱਕ ਔਰਤ ਦਾ ਕਰੈਕਟਰ ਇਸਤੇਮਾਲ ਕੀਤਾ ਹਾਂ ਸਾਨੂੰ ਸੰਬੋਧਿਤ ਕਰਨ ਵਾਸਤੇ। ਦੇਖੋ ਇਹ ਚੀਜ਼ ਨੂੰ ਸਮਝੋ ਤੁਸੀਂ, ਕਿਉਂਕਿ ਸੰਸਾਰ ਦੇ ਕਰੈਕਟਰ ਦੇ ਉੱਤੇ ਹੀ ਗੱਲ ਕੀਤੀ ਜਾ ਸਕਦੀ, ਕਿਉਂਕਿ ਪ੍ਰਮਾਤਮਾ ਅਦ੍ਰਿਸ਼ ਸ਼ਕਤੀ ਹੈ ਔਰ ਉਹਨੂੰ ਡਾਇਰੈਕਟ ਆਪਾਂ ਗੱਲ ਨਹੀਂ ਕਰ ਸਕਦੇ। ਇਸ ਕਰਕੇ ਕੁਛ ਨਾ ਕੁਛ ਇਹ ਜਿਹੜਾ ਲੌਜੀਕਲੀ ਜਿਹੜੀ ਧਰਤੀ ਤੇ ਚੀਜ਼ਾਂ ਅਵੇਲੇਬਲ ਨੇ ਉਹਦੀ ਵਰਤੋਂ ਕਰਨੀ ਪੈਂਦੀ ਹੈ। ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਤੇਰਾ ਚੰਦ ਜਿਹੜਾ ਚਿਹਰਾ ਹੈ ਚੰਦ ਵਰਗਾ। ਹੁਣ ਦੇਖੋ ਚੰਦ ਤੇ ਇੱਕ ਚੰਦਰਮਾ ਹੈ, ਉਹ ਇੱਕ ਪੱਥਰ ਹੈ, ਤੇ ਚਿਹਰੇ ਦਾ ਕੋਈ ਕਨੈਕਸ਼ਨ ਤੇ ਨਹੀਂ ਹੈਗਾ, ਪਰ ਆਪਾਂ ਕਹਿ ਦਿੰਦੇ ਹਾਂ ਕਿ ਇਹਦਾ ਜਿਹੜਾ ਚਿਹਰਾ ਹੈ ਚੰਦ ਵਰਗਾ ਹੈ। ਸੋ ਗੱਲਾਂ ਨੇ ਇਹ ਸਮਝਾਉਣ ਦਾ ਤਰੀਕਾ ਹੈ। ਇੱਥੇ ਪਰ ਦੂਸਰੇ ਪਤੀ ਦੀ ਗੱਲ ਕੀਤੀ ਹੈ, ਇਹ ਚਾਹੇ ਮੇਲ ਜਾਂ ਫੀਮੇਲ ਆ। ਇਹ ਮਤਲਬ ਕਿ ਜਦੋਂ ਇੱਕ ਪਤੀ ਆਪਣੀ ਪਤਨੀ ਹੁੰਦਿਆਂ ਵੀ ਜਾਂ ਇੱਕ ਪਤਨੀ ਆਪਣੇ ਪਤੀ ਦੇ ਹੁੰਦਿਆਂ ਵੀ ਇੱਧਰ ਉੱਧਰ ਘੁੰਮਦੇ ਨੇ, ਤੇ ਉਹ ਨੈਚੁਰਲੀ ਆ, ਉਹ ਕੋਈ ਵਧੀਆ ਚੀਜ਼ ਨਹੀਂ ਹੈ। ਜੇਕਰ ਉਸ ਪਤੀ ਨੂੰ ਜਾਂ ਪਤਨੀ ਨੂੰ ਇਹ ਚੀਜ਼ ਦਾ ਪਤਾ ਵੀ ਲੱਗਦਾ ਹੈ, ਤਾਂ ਫਿਰ ਉਹ ਜਿਹੜੀ ਪਤਨੀ ਆ ਉਹਦਾ ਇੰਨਾ ਇੱਜ਼ਤ ਨਹੀਂ ਰਹਿ ਜਾਂਦਾ। ਬੇਸ਼ੱਕ ਉਹਦੇ ਨਾਲ ਰਹਿੰਦੀ ਆ, ਪਰ ਉਹਦੇ ਹਿਰਦੇ 'ਚ ਉਹਦੀ ਕੋਈ ਕੀਮਤ ਨਹੀਂ ਹੈ। ਇਹ ਚੀਜ਼ ਨੂੰ ਆਪ ਸਮਝੋ ਪਲੀਜ਼। ਉਹਨਾਂ ਨੇ ਇਹ ਸਮਝਾਇਆ। ਹੁਣ ਇਹ ਕਹਿੰਦੇ ਨੇ ਕਿ ਮਨ ਦੇਖੋ, ਪਹਿਲੇ ਕੀ ਹੈ, ਪਹਿਲੇ ਤੇ ਉਹ ਕਹਿ ਰਹੇ ਨੇ ਕਿ ਇਹ ਕੋਈ ਚੰਗੀ ਚੀਜ਼ ਨਹੀਂ ਹੈ। ਜੇਕਰ ਆਪਾਂ ਪਰਮਾਤਮਾ ਨੂੰ ਛੱਡ ਕੇ ਇਸ ਸੰਸਾਰ 'ਚ ਹੀ ਉਲਝ ਗਏ, ਤੇ ਕਹਿਣ ਤੋਂ ਭਾਵ ਹੈ ਕਿ ਅਸੀਂ ਤੇ ਬ੍ਰਹਮ ਨੂੰ ਤੇ ਛੱਡਤਾ, ਜਿਹੜਾ ਪਾਰ ਬ੍ਰਹਮ ਸੀ ਉਹਨੂੰ ਛੱਡਤਾ ਸੀ, ਤੇ ਬ੍ਰਹਮ ਦੇ ਵਿੱਚ ਹੀ ਰੁਕ ਗਏ ਆ। ਜੋ ਮਾਇਆ ਹੈ ਜਿਹਨੇ ਬਿਨਸ ਜਾਣਾ, ਇਹ ਪਰ ਪੁਰਖ ਵਾਲਾ ਹਿਸਾਬ ਹੋ ਗਿਆ ਕਿ ਪਰਮਾਤਮਾ ਨੂੰ ਛੱਡ ਕੇ ਦੂਸਰੀ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਸਾਰਾ ਜੀਵਨ ਸਾਡਾ ਲੰਘ ਜਾਂਦਾ ਹੈ।
ਤੇ ਉਹੀ ਹਿਸਾਬ ਹੈ ਕਿ ਜਿਹੜੀ ਇੱਕ ਔਰਤ ਆਪਣੇ ਪਤੀ ਨੂੰ ਛੱਡ ਕੇ ਤੇ ਬਾਹਰ ਤੁਰੀ ਫਿਰਦੀ ਹੈ, ਬਿਲਕੁਲ ਉਹੀ ਹਿਸਾਬ ਹੈ ਸਾਡਾ। ਠੀਕ ਹੈ ਨਿੱਜਾ ਸਾਹਿਬ? ਬਿਲਕੁਲ। ਔਰ ਇਹ ਗੱਲ ਇੱਥੇ ਇੱਕ ਚੀਜ਼ ਹੈਗੀ ਗੁਰਕੀ ਸਾਹਿਬ, ਕਿ ਇਹ ਜਿਹੜਾ ਅਸਲੀ ਆਪਣਾ ਪਤੀ ਹੈਗਾ ਨਾ, ਉਸੇ ਨੇ ਇਹ ਗੇਮ ਪਾਈ ਹੋਈ ਆ, ਉਸੇ ਨੇ ਗੇਮ ਪਾਈ ਹੈ, ਗੇਮ ਹੈਗੀ ਹੈ। ਪਤੀ ਤਾਂ ਆਪਣਾ ਉਹੀ ਰਹਿਣਾ ਹੈ, ਕਿਉਂਕਿ ਮਾਇਆ ਤਾਂ ਹੈ ਨਹੀਂ ਗੀ ਕੁਛ, ਉਹ ਤਾਂ ਫੈਬਰੀਕੇਟਡ ਹੈਗੀ, ਗੇਮ ਉਸਨੇ ਪਾਈ ਹੈ। ਨਿੱਜਾ ਸਾਹਿਬ ਪਰ ਮਤਲਬ ਤੇ ਵੇਖੋ ਨਾ, ਤੇ ਜਦੋਂ ਆਪਾਂ ਜੀਵਨ ਸਾਥੀ ਹੋਵੇ ਤੇ ਗੇਮ ਤੇ ਆਪ ਹੀ ਪਾਉਂਦਾ ਬੰਦਾ। ਕਹਿੰਦਾ ਕਿ ਆਪਣੀ ਪਤੀ ਨੂੰ ਛੱਡ ਦਿੰਦਾ, ਕਹਿੰਦਾ ਘੁੰਮ ਫਿਰ ਜਿੱਥੇ ਮਰਜੀ। ਮਤਲਬ ਵੇਖਣਾ ਤੇ ਚਾਹੁੰਦਾ ਨਾ ਕਿ ਇਹ ਕਿੰਨੀ ਕੁ ਮੇਰੇ ਨੂੰ ਪਿਆਰ ਕਰਦੀ ਹੈ। ਇਹ ਵੀ ਤੇ ਇੰਪੋਰਟੈਂਟ ਹੈ ਨਿੱਜਾ ਸਾਹਿਬ। ਚੀਜ਼ਾਂ ਤੇ ਪਈਆਂ ਨੇ ਸੰਸਾਰ ਤੇ, ਉਹ ਹਿਸਾਬ ਸਾਡਾ ਹੈ। ਪ੍ਰਮਾਤਮਾ ਨੇ ਸਾਨੂੰ ਛੱਡਿਆ ਹੋਇਆ ਹੈ, ਇਹਨੂੰ ਕਿਤੇ ਯਾਦ ਆਉਂਦੀ ਮੇਰੀ? ਬਿਲਕੁਲ। ਕਿਤੇ ਖੋਜ ਕਰਦਾ ਹੈ, ਪਰ ਇਹ ਉਹ ਇੱਕ ਅਲੱਗ ਵਿਸ਼ਾ ਹੈ। ਖੋਜ ਕਰਨਾ ਥੋੜਾ ਔਖਾ ਹੈ, ਕਿਉਂਕਿ ਪ੍ਰੋਬਲਮ ਇਹ ਹੁੰਦੀ ਆ ਕਿ ਲੋਕਾਂ ਨੇ ਭਰਮ ਪਾ ਦਿੱਤਾ ਹੈ। ਲੋਕਾਂ ਨੇ, ਮੈਂ ਹੁਣ ਵੇਖਦਾ ਵਾਂ ਇੱਥੇ ਸਾਡੇ ਲਾਗੇ ਪਿੰਡ ਵਰਪਾਲ ਆ, ਉੱਥੇ ਕਹਿੰਦੇ 20 ਤੋਂ ਵੱਧ ਗੁਰਦੁਆਰੇ ਆ ਇੱਕ ਪਿੰਡ ਦੇ ਵਿੱਚ। ਤੇ ਲੋਕਾਂ ਨੇ ਕੀ ਕੀਤਾ ਕਿ ਆਪਣਾ ਰੋਜੀ ਦਾ ਸਾਧਨ ਬਣਾ ਲਿਆ, ਔਰ ਉਸ ਰੋਜੀ ਦੇ ਸਾਧਨ ਕਰਕੇ ਫਿਰ ਉਹ ਕਹਿੰਦੇ ਕਰੋੜਾਂ ਦੇ ਕਰੋੜ ਡੁੱਬ ਰਹੇ ਆ, ਪੂਰਾਂ ਦੇ ਪੂਰ ਜਾ ਰਹੇ ਆ, ਕਿਉਂਕਿ ਉਹ ਸੱਚ ਦੱਸਦੇ ਨਹੀਂ ਆ। ਕੋਈ ਦੱਸਣਗੇ ਤੇ ਫਿਰ ਉੱਥੇ ਪ੍ਰੋਬਲਮ ਹੋ ਜਾਣੀ ਹੈ ਨਾ, ਕਿਉਂਕਿ ਸੱਚ ਦੱਸਦਾ ਤੇ ਮੁੜ ਕੇ ਉੱਥੇ ਫਿਰ ਬਿਜ਼ਨਸ ਘਟ ਜਾਣਾ। ਇਸ ਕਰਕੇ ਉਹ ਗੁਰਕੀ ਸਾਹਿਬ ਗੇਮ ਹਾਰਡ ਪਾਈ ਹੋਈ ਆ, ਗੇਮ ਹਾਰਡ ਆ, ਇਹ ਮਾਲਕ ਵੱਲੋਂ ਹੀ ਜਿਹੜਾ ਹੈਗਾ ਸਾਰਾ ਕੁਛ ਹੈਗਾ, ਇਹ ਗੇਮ ਬਹੁਤ ਹਾਰਡ ਕੀਤੀ ਹੋਈ ਹੈ। ਹਾਂ ਨਿੱਜਾ ਸਾਹਿਬ, ਪ੍ਰਮਾਤਮਾ ਨਾਲ ਤਾਂ ਹੈਗਾ ਹੀ ਆ, ਪਰ ਪ੍ਰਮਾਤਮਾ ਤਾਂ ਨਹੀਂ ਨਾ ਕਹਿੰਦਾ ਕਿ ਧਾਰਮਿਕ ਸਥਾਨ ਬਣਾ ਕੇ ਤੇ ਤੁਸੀਂ ਕਾਰੋਬਾਰ ਬਣਾ ਲਓ। ਉਹ ਤੇ ਉਹਨਾਂ ਦੀ ਬੁੱਧੀ ਦਿੰਦੀ ਹੈ, ਕਿਉਂਕਿ ਉਹ ਤੇ ਦੇਖੋ ਪ੍ਰਮਾਤਮਾ ਨੇ ਇੱਕ ਚੀਜ਼ ਨੂੰ ਆਪ ਸਮਝੋ ਨਿੱਜਾ ਸਾਹਿਬ, ਔਰ ਨੂੰ ਆਪਾਂ ਨੀ ਗੁਰਦੁਆਰਾ ਪਾ ਸਕਦੇ। ਇੱਥੇ ਮੈਂ ਨੀ ਕੋਈ ਸੇਵਾ ਸੰਤੀ ਚਾਲੂ ਕਰਕੇ ਤੇ ਇੱਥੇ ਦਾਲ ਫੁਲਕੇ ਦਾ ਸਾਧਨ ਬਣਾਉਣਾ। ਹੁਣ ਸਾਡੇ ਲਾਗੇ ਇੱਥੇ ਕਈ ਘਰ ਹੈਗੇ ਆ, ਉਹ ਸਵੇਰ ਦੇ ਟਰੱਕ ਨਿਕਲਦੇ ਉਹਨਾਂ ਦੇ, ਸ਼ਾਮੀ ਗਰਾਈ ਕਰਦੇ ਆ, ਕਣਕ ਲਿਆਉਂਦੇ ਆ, ਇੱਥੇ ਕਣਕ ਵੇਚ ਜਾਂਦੇ ਹੋ। ਹੁਣ ਦਾਨ ਕਰਨ ਵਾਲਾ ਇਹ ਸੋਚਦਾ ਕਿ ਮੈਂ ਕਣਕ ਗੁਰਦੁਆਰੇ ਦੇ ਮੂੰਹ ਨੂੰ ਦੇ ਰਿਹਾ, ਪਰ ਉਹ ਗੁਰਦੁਆਰੇ ਨੂੰ ਥੋੜੀ ਕਣਕ ਜਾ ਰਹੀ ਹੈ, ਜਾਂ ਪ੍ਰਮਾਤਮਾ ਦੇ, ਜਾਂ ਜਿੱਦਾਂ ਕੋਈ ਚੀਜ਼ ਬਣਾਈ ਹੈ ਉੱਥੇ ਉਹ ਕਣਕ ਪਹੁੰਚ ਰਹੀ ਹੈ। ਕਣਕ ਤੇ ਬਸ ਉਹ ਆਪਣੀ ਜਗ੍ਹਾ ਮੁਕਤ ਹੋ ਰਿਹਾ ਕਿ ਮੈਂ ਦਾਨ ਕਰ ਰਿਹਾ, ਪਰ ਬਾਣੀ ਤੇ ਕਹਿੰਦੀ ਆ ਕਿ ਵਿਚਾਰ ਤੋਂ ਬਿਨਾਂ ਤੂੰ ਦਾਨ ਨਹੀਂ ਕਰਨਾ। ਹੁਣ ਇੱਥੇ ਕਿਸੇ ਧਾਰਮਿਕ ਸਥਾਨ ਤੇ ਵੇਖੋ ਨਾ, ਜਿਹੜਾ ਕਿੰਨੇ ਵੱਡੇ ਧਾਰਮਿਕ ਸਥਾਨ ਆ, ਉੱਥੇ ਕਿੰਨਾ ਰੋਜ਼ ਦਾ ਸੋਨਾ ਚੜ੍ਹਦੇ ਆ, ਪਰ ਉਹ ਤੇ ਮੱਖੀ ਤੇ ਮੱਖੀ ਮਾਰਨ ਵਾਲਾ ਹਿਸਾਬ ਹੈ ਨਾ, ਉੱਥੇ ਗਿਆਨ ਥੋੜੀ ਹੈਗਾ ਨਿੱਜਾ ਸਾਹਿਬ। ਨਹੀਂ, ਪਰ ਗੇਮ ਤਾਂ ਗੁਰਕੀ ਸਾਹਿਬ ਦੋਨੋਂ ਪਾਸੇ ਦੀ ਗੇਮ ਹੈਗੀ। ਇਧਰੋਂ ਜਿਹੜਾ ਹੈਗਾ ਘਰ ਵਾਲਿਆਂ ਨੂੰ ਵੀ ਮਾਲਕ ਜਿਹੜਾ ਹੈਗਾ ਗੁਰੂ ਦੇ ਰਾਹੀਂ ਜਗਾ ਰਿਹਾ ਹੈ, ਤੇ ਦੂਸਰੇ ਪਾਸੇ ਜਿਹੜਾ ਚੋਰਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਵੀ ਜਿਹੜਾ ਹੈਗਾ ਕੁੱਤੀ ਵੀ ਚੋਰਾਂ ਦੇ ਨਾਲ ਰਲ ਰਹੀ ਹੈ ਜਾ ਕੇ। ਹਾਂ ਨਿੱਜਾ ਸਾਹਿਬ, ਪਰ ਉਹ ਤੇ ਹੈਗਾ, ਪਰ ਆਪਾਂ ਜਦ ਤੱਕ ਉਹਨਾਂ ਦੇ ਖਿਲਾਫ ਨਹੀਂ ਬੋਲਾਂਗੇ ਤੇ ਗੱਲ ਕਲੀਅਰ ਕਿੱਥੋਂ ਹੋਊਗੀ? ਬਿਲਕੁਲ ਇਹ ਤਾਂ ਡਿਊਟੀ ਹੈਗੀ, ਦੋਨੋਂ ਪਾਸੇ ਹੈਗੇ, ਦੋਨੋਂ ਪਾਸੇ। ਨਹੀਂ ਆਪਾਂ ਨਹੀਂ ਦੇਖੀਏ, ਮੈਂ ਕਿੱਦਾਂ ਕਹਿਦਾ ਕਿ ਪ੍ਰਮਾਤਮਾ ਨੇ ਉਹ ਚੀਜ਼ ਬਣਾਈ ਆ। ਪ੍ਰਮਾਤਮਾ ਤੇ ਏਦਾਂ ਦਾ ਕੁਛ ਵੀ ਨਹੀਂ ਬਣਾਉਂਦਾ, ਇਹ ਇਨਸਾਨ ਨੇ ਆਪਣੀ ਲੋੜ ਨੂੰ ਬਣਾਈ ਆ। ਪ੍ਰਮਾਤਮਾ ਨਹੀਂ ਚਾਹੁੰਦਾ ਕਿ ਤੁਸੀਂ ਇੱਥੇ ਉਲਝ ਜਾਓ। ਪ੍ਰਮਾਤਮਾ ਨੇ ਤੇ ਚਲੋ ਮਾਇਆ ਪਾਈ ਹੈ, ਪਰ ਪ੍ਰਮਾਤਮਾ ਥੋੜੀ ਚਾਹੁੰਦਾ ਕਿ ਤੁਸੀਂ ਹੁਣ ਦੇਖੋ, ਤੁਸੀਂ ਹੁਣ ਚੰਗਿਆਈ ਵੀ ਹੈ ਤੇ ਬੁਰਾਈ ਵੀ ਆ, ਪ੍ਰਮਾਤਮਾ ਤੁਹਾਨੂੰ ਰੋਕਦਾ ਥੋੜੀ ਹੈ। ਨਹੀਂ, ਉਹਨੇ ਤਾਂ ਦੋਨੋਂ ਚੀਜ਼ਾਂ ਪਾਈਆਂ ਗੁਰਕੀ ਸਾਹਿਬ, ਦੋਨੋਂ ਵਧਣਗੀਆਂ, ਦੋਨੋਂ ਫੁੱਲਣਗੀਆਂ, ਦੋਨਾਂ ਦੀ ਟਕਰਾਅ ਹੋਊਗਾ। ਬਸ ਉਹ ਚ ਆਪਾਂ ਕਿਹਦੇ ਨਾਲ ਹੱਥ ਮਿਲਾਉਂਦੇ ਆ, ਉਹ ਸਾਡੀ ਮਰਜ਼ੀ ਹੈ। ਬਿਲਕੁਲ ਠੀਕ ਹੈ, ਬਿਲਕੁਲ ਸਹੀ ਗੱਲ ਹੈ, ਇਹ ਗੱਲ ਬਿਲਕੁਲ ਸਹੀ ਹੈ ਤੁਹਾਡੀ। ਇਹਦੇ ਵਿੱਚ ਇਹ ਪਤਾ ਕਿ ਪ੍ਰਮਾਤਮਾ ਨੂੰ ਲੋਕੀ, ਹੁਣ ਮੈਨੂੰ ਪਤਾ ਨਹੀਂ ਕੱਲ ਕਿਸੇ ਨੇ ਫੋਨ ਕੀਤਾ, ਕਹਿੰਦੇ ਕਿ ਇਹ ਪ੍ਰਮਾਤਮਾ ਹੀ ਸਾਰਾ ਕੁਝ ਕਰਦਾ ਤੇ ਜੰਗ ਵੀ ਪ੍ਰਮਾਤਮਾ ਕਰਦੇ ਆ। ਮੈਂ ਨਹੀਂ, ਇਹ ਪ੍ਰਮਾਤਮਾ ਦਾ ਕੁਝ ਲੈਣਾ ਦੇਣਾ ਨਹੀਂ ਹੈ, ਇਨਸਾਨ ਦੀ ਹਉਮੈ ਅੰਦਰ। ਪਰਮਾਤਮਾ ਤੇ ਜੰਗ ਤੇ ਕਰਾਉਣਾ ਨਹੀਂ ਚਾਹੁੰਦਾ। ਹੁਣ ਦੇਖੋ ਕਿੱਥੇ ਜੰਗ ਹੁੰਦੀ ਹੈ, ਕੋਈ ਮਤਲਬ ਉਹ ਜੰਗ ਜਿਹੜਾ ਬੰਦਾ ਲੜਦਾ ਹੈ, ਕਿਉਂਕਿ ਬੰਦੇ ਦੇ ਅੰਦਰ ਹੰਕਾਰ ਆ, ਔਰ ਹਰ ਕੋਈ ਜਦੋਂ ਹੰਕਾਰ ਵੱਧ ਜਾਂਦਾ ਹੈ, ਇਹੋ ਹੀ ਆ ਕਿ ਜਿੱਦਾਂ ਲੋਭ ਵੱਧ ਗਿਆ, ਬੰਦਾ ਹੋਰ ਚਾਹੁੰਦਾ, ਫਿਰ ਉਹ ਦੂਜੇ ਦੀ ਪਰਵਾਹ ਨਹੀਂ ਕਰਦਾ ਕਿ ਦੂਜੇ ਦਾ ਫਾਇਦਾ ਹੈ ਜਾਂ ਦੂਜੇ ਦਾ ਨੁਕਸਾਨ ਆ, ਕਿ ਇਹ ਪਾਪ ਹੈ ਜਾਂ ਪੁੰਨ ਆ। ਉਹਨੂੰ ਆਪਣਾ ਹੀ ਸਵਾਰਥ ਦਿਖਦਾ ਹੈ। ਤੇ ਇੱਥੇ ਵੀ ਆਪਾਂ ਇਹ ਚੀਜ਼ ਸਮਝੀਏ ਕਿ ਜਿਹੜੀ ਪ੍ਰਕਿਰਤੀ ਬਣੀ ਆ, ਪ੍ਰਕਿਰਤੀ 'ਚ ਕੋਈ ਦੋਸ਼ ਨਹੀਂ ਹੈਗਾ, ਦੋਸ਼ ਇਨਸਾਨ ਦੇ ਅੰਦਰ ਆ। ਇਨਸਾਨ ਉਸਨੂੰ ਦੇਖੋ, ਤੁਹਾਡੇ ਅੰਦਰ ਦੋ ਇਨਸਾਨ ਨੇ, ਚੰਗਾ ਵੀ ਹੈ ਤੇ ਬੁਰਾ ਵੀ ਹੈ। ਤੁਸੀਂ ਜਿਹਨੂੰ ਰਾਸ਼ਨ ਪਾਉਣਾ ਸ਼ੁਰੂ ਕਰਤਾ ਨਾ, ਉਹਨੇ ਮਜ਼ਬੂਤ ਹੋ ਜਾਣਾ, ਦੂਜੇ ਨੇ ਕਮਜ਼ੋਰ ਹੋ ਜਾਣਾ। ਪਰ ਦੇਖੋ ਹੁਣ ਕਈ ਵਾਰੀ, ਹੁਣ ਮੇਰੇ ਵਰਗਾ ਇੱਥੇ ਘਰੇ ਬੈਠਾ,
ਕੰਮ ਕੋਈ ਨਹੀਂ ਕਰਨਾ, ਕੰਮ ਤੇ ਜਾਣਾ ਹੈ, ਰੋਟੀ ਪਾਣੀ ਖਾਦਾ, ਸੁੱਤਾ, ਵਾਕ ਨਹੀਂ ਕੀਤੀ, ਕੋਈ ਐਕਸਰਸਾਈਜ਼ ਨਹੀਂ ਕੀਤੀ। ਇੱਕ ਬੰਦਾ ਜਿਹੜਾ ਵਾ ਉਹ ਹਰ ਦਿਨ ਜਿਮ ਜਾ ਰਿਹਾ, ਰਾਤੀ ਬਹਿ ਬਹਿ ਪੜ੍ਹ ਰਿਹਾ, ਉਹ ਕਿਸੇ ਵੱਡੇ ਮਿਸ਼ਨ ਤੇ ਬੈਠਾ ਹੋਇਆ ਹੈ। ਅੱਜ ਨਹੀਂ ਤੇ ਕੱਲ ਨੂੰ ਉਹਨੇ ਕਿਸੇ ਮਿਸ਼ਨ ਤੇ ਨਿਕਲ ਪੈਣਾ ਵਾ, ਕਿਉਂਕਿ ਉਹ ਆਲਰੇਡੀ ਤਿਆਰੀ ਕਰ ਰਿਹਾ ਉਹ। ਬਿਲਕੁਲ। ਤੇ ਜੇ ਮੈਂ ਇਦਾਂ ਤਾਂ ਕੁਝ ਕਰ ਹੀ ਨਹੀਂ ਰਿਹਾ। ਹੁਣ ਤੁਸੀਂ ਵੇਖੋ ਸਾਰੇ ਬੰਦੇ ਕਿੱਥੇ ਅਮੀਰ ਹੋ ਪਾਉਂਦੇ ਆ, ਬਹੁਤ ਥੋੜੇ ਜੇ, ਕਿਉਂਕਿ ਲੋਕ ਮਿਹਨਤ ਤੋਂ ਭੱਜਦੇ ਆ, ਘਾਲਣਾ ਤੋਂ ਭੱਜਦੇ ਆ। ਉਹ ਫਿਰ ਉਸ ਕਰਕੇ ਫਿਰ ਉਹ ਜਿੰਨੀ ਕੁ ਮਿਹਨਤ ਕਰਨੀ ਆ, ਉਹ ਤੇ ਪ੍ਰਕਿਰਤੀ ਤੇ ਉਹ ਕਹਿੰਦੀ ਜਿੰਨੀ ਕੁ ਤੂੰ ਮਿਹਨਤ ਕੀਤੀ ਆ ਤੂੰ ਹੁਣ ਉਹਦਾ ਹਿੱਸਾ ਪ੍ਰਾਪਤ ਕਰ ਲੈ। ਹੁਣ ਇੱਥੇ ਚੌਂਕ ਹੈ ਸਾਡੇ ਲਾਗੇ, ਭਈਏ ਆਉਣਗੇ, ਭਈਆ ਆ ਕੇ ਪਹਿਲਾਂ ਬੰਦੇ ਹੈਲਪਰ। ਨਿੱਜਰ ਸਾਹਿਬ ਇਹ ਗੱਲ ਬੜੀ ਪੱਕੀ ਜੇ। ਬਿਲਕੁਲ ਸਹੀ ਗੱਲ ਆ। ਉਹਨੂੰ ਮਿਲਦਾ 100 ਰੁਪਇਆ, ਤੇ ਜਿਹੜੇ ਸਾਡੇ ਬੰਦੇ ਆ ਉਹ ਕਹਿੰਦੇ ਭਾਈ 450 ਰੁਪਏ ਤੋਂ ਘੱਟ ਅਸੀਂ ਦਿਹਾੜੀ ਨਹੀਂ ਲੈਣੀ, ਅਸੀਂ ਮਜ਼ਦੂਰੀ ਕਰਾਂਗੇ। ਬਿਲਕੁਲ। ਭਈਆ ਇੱਕ ਦਿਨ ਰਾਜ ਮਿਸਤਰੀ ਬਣ ਜਾਂਦਾ, ਕਾਰਪੈਂਟਰ ਬਣ ਜਾਂਦਾ, ਪੱਥਰ ਲਾਉਣ ਵਾਲਾ ਬਣ ਜਾਂਦਾ, ਤੇ ਸਾਡੇ ਬੰਦੇ ਸਾਰੀ ਜ਼ਿੰਦਗੀ ਉਹ ਕੇਵਲ ਮਜ਼ਦੂਰੀ ਕਰਦੇ ਰਹਿੰਦੇ। ਬਿਲਕੁਲ ਸਹੀ ਹੈ, ਬਹੁਤ ਵਧੀਆ ਗੋਰਖੀ ਸਾਹਿਬ, ਬਿਲਕੁਲ ਸਹੀ ਹੈ। ਇਹਦੇ ਵਿੱਚ ਇਹ ਦੇਖੀ ਹੈ ਕਿ ਉਹਨਾਂ ਨੂੰ ਵੀ ਦਿਖਦਾ ਹੈ, ਪਰ ਉਹ ਅੱਜ ਵੇਂਦੇ ਪਏ ਆ। ਉਹ ਭਈਆ ਸ਼ਦਾਈ ਨਹੀਂ ਹੈਗਾ, ਉਹਨੂੰ ਪਤਾ ਮੈਂ ਸਾਲ ਲਾਉਂਗਾ ਮੇਰੀ ਮੁੜ ਕੇ 700 ਰੁਪਏ ਤਨਖਾਹ ਹੋ ਜਾਣੀ ਆ। ਪਰ ਹਾਂ, ਔਰ ਮੇਰੇ ਥੱਲੇ ਕਿੰਨੇ ਮਜ਼ਦੂਰ ਕੰਮ ਕਰਨਗੇ। ਪਰ ਇਹ ਏਦਾਂ ਨਹੀਂ ਸੋਚਦੇ, ਉਹ ਬਹੁਤ ਨੈਰੋ ਵਿਜ਼ਨ ਹੈ। ਉਹ ਸੋਚਦਾ ਜੀ ਛੱਡੋ ਖੜਾ, ਆ 400 ਮਿਲ ਗਿਆ ਮੈਨੂੰ, 450 ਮਿਲ ਗਿਆ। ਉਹ ਅੱਜ ਬਾਰੇ ਸੋਚ ਰਿਹਾ ਵਾ, ਕੱਲ ਬਾਰੇ ਨਹੀਂ ਸੋਚ ਰਿਹਾ। ਔਰ ਉਹ ਸਾਰੀ ਜ਼ਿੰਦਗੀ ਉਹ ਬੰਦਾ ਮਜ਼ਦੂਰ ਹੀ ਰਹੇਗਾ, ਕਿੱਥੋਂ ਨਿੱਜਰ ਸਾਹਿਬ ਬਣ ਜਾਊਗਾ ਉਹ। ਬਿਲਕੁਲ ਠੀਕ ਹੈ ਜੀ। ਹਾਂ, ਇਹ ਆਪਣੀ ਸੋਚ ਤੇ ਡਿਪੈਂਡ ਕਰਦਾ। ਦੇਖੋ ਇਹੋ ਚੀਜ਼ ਨੂੰ ਆਪਾਂ ਸਮਝਣਾ। ਫਿਰ ਅਗਲੇ ਬੰਨੇ ਕਹਿੰਦੇ ਚੁੱਕ ਬੋਲੋ ਨਿੱਜਰ ਸਾਹਿਬ, ਮਨਮੁਖ ਮੈਲੀ ਕਾਮਣੀ, ਕੁਲੱਖਣੀ ਕੁਨਾਰ, ਫਿਰ ਛੋੜਿਆ ਘਰ ਆਪਣਾ, ਪਰ ਪੁਰਖੇ ਨਾਲ ਪਿਆਰ, ਤ੍ਰਿਸ਼ਨਾ ਕਦੇ ਨਾ ਚੁੱਕਈ, ਜਲਦੀ ਕਰੇ ਪੁਕਾਰ। ਹਾਂਜੀ ਵੀਰ ਜੀ। ਹਾਂਜੀ, ਤੇ ਦੇਖ ਲਓ ਫਿਰ ਕਹਿੰਦੇ ਦੂਸਰੇ ਨਾਲ ਪਿਆਰ ਕਰਦੀ ਹੈ ਇਸਤਰੀ, ਕਹਿੰਤ ਅਜੀਬ ਇਸਤਰੀ। ਤੇ ਫਿਰ ਉਹ ਜਦੋਂ ਪਰਾਏ ਮਰਦ ਨਾਲ ਪਿਆਰ ਕਰੂਗੀ ਤੇ ਉਹ ਕਹਿੰਦੇ ਕਿ ਉਹਦੀ ਤ੍ਰਿਸ਼ਨਾ ਤੇਰੀ ਖਤਮ ਨਹੀਂ ਹੋਣੀ, ਕਿਉਂਕਿ ਜਿਹੜੀ ਚੀਜ਼ ਦੀ ਤੂੰ ਡਿਮਾਂਡ ਕਰ ਰਿਹਾ ਨਾ, ਉਹ ਚੀਜ਼ ਉਹ ਏਦਾਂ ਦੀ ਆ, ਉਹ ਜਿੰਨੀ ਤੇਰੇ ਕੋ ਆਈ ਉਹਨਾਂ ਤੇਰੇ ਅੰਦਰ ਹੋਰ ਵਧਣਾ ਹੈ। ਤੇਰਾ ਮਨ ਸੰਤੁਸ਼ਟ ਨਹੀਂ ਹੋਣਾ, ਤੇਰੇ ਜੀਵਨ 'ਚ ਸੰਤੋਖ ਨਹੀਂ ਹੋਣਾ। ਤ੍ਰਿਸ਼ਨਾ ਦਾ ਬੁੱਝ ਜਾਣਾ ਮਤਲਬ ਮਨ 'ਚ ਸਹਿਜ ਆ ਜਾਣਾ, ਸੰਤੋਖ ਆ ਜਾਣਾ। ਹੁਣ ਡਿਮਾਂਡ ਮੁੱਕ ਗਈ ਹੈ। ਪਰ ਕਹਿੰਦੇ ਜਿਹੜੀ ਚੀਜ਼ ਨੂੰ ਤੂੰ ਪ੍ਰਾਪਤ ਕਰ ਰਿਹਾ ਨਾ, ਇਹ ਬਾਣੀ 'ਚ ਕਿਹਾ ਵਾ। ਵੈਸੇ ਵੀ ਤੁਹਾਨੂੰ ਪਤਾ ਹੈ ਇੱਥੇ ਐਡੇ ਅਮੀਰ ਨੇ ਜਿਨ੍ਹਾਂ ਕੋਲ ਪਤਾ ਨਹੀਂ ਕਿੰਨੇ ਕਿੰਨੇ ਪੈਸੇ ਨੇ, ਤੇ ਉਹ ਵੇਖ ਲਓ ਉਹ ਚਾਹੁੰਦੇ ਕਿ ਬਸ ਹੋ ਗਿਆ। ਉਹ ਕਹਿੰਦੇ ਨਹੀਂ, ਸਾਨੂੰ ਹੋਰ ਚਾਹੀਦੇ, ਸਾਨੂੰ ਹੋਰ ਚਾਹੀਦੇ ਆ। ਕਿਉਂ ਨਹੀਂ ਬੁੱਝਦੀ ਪਈ ਤ੍ਰਿਸ਼ਨਾ? ਕਿਉਂਕਿ ਉਹਨਾਂ ਦਾ ਜਿਹੜਾ ਜੀਵਨ ਆ ਉਹ ਇੱਕ ਦੂਜੀ ਦਿਸ਼ਾ ਵੱਲ ਤੁਰ ਪਿਆ। ਗਲਤ ਨਹੀਂ ਮੈਂ ਕਹਿ ਸਕਦਾ, ਮਤਲਬ ਉਹਨਾਂ ਹੁਣ ਜੋ ਉਹਨਾਂ ਨੂੰ ਚੰਗਾ ਲੱਗਦਾ ਉਧਰ ਹੀ ਉਹਨਾਂ ਜਾਣਾ। ਹਾਂਜੀ ਨਿੱਜਰ ਸਾਹਿਬ। ਹਾਂਜੀ, ਇਹਦੇ ਨਾਲ ਗੋਰਖੀ ਸਾਹਿਬ ਦੇਖੋ, ਇਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਕਹਿੰਦਾ ਵੀ ਇਹ ਜਿਹੜਾ ਪਰਪੁਰਖ ਹੈ, ਪਾਰ ਇਸਤਰੀ ਹੈ, ਇਹ ਤਾਂ ਮਾਇਆ ਹੈਗੀ ਆ। ਕਹਿੰਦੇ ਇਹਦੇ ਵਿੱਚ ਮੈਂ ਜਿਹੜਾ ਹੈਗਾ, ਇਹਦੇ ਵਿੱਚ ਤ੍ਰਿਸ਼ਨਾ ਬੁੱਝਣ ਵਾਲੀ ਗੱਲ ਨਹੀਂ ਪਾਈ ਮੈਂ ਤਾਂ ਇਹਦੇ 'ਚ ਤ੍ਰਿਸ਼ਨਾ ਵਧਾਉਣ ਵਾਲੀ ਚੀਜ਼ ਪਾਈ ਹੋਈ। ਇਹ ਤਾਂ ਪੈਟਰੋਲ ਹੈਗਾ, ਇਹਦੇ ਤ੍ਰਿਸ਼ਨਾ ਬੁੱਝ ਹੀ ਨਹੀਂ ਸਕਦੀ। ਤ੍ਰਿਸ਼ਨਾ ਬੁੱਝੂਗੀ ਪਰਮਾਤਮਾ ਦੇ ਨਾਲ, ਭਗਤੀ ਦੇ ਨਾਲ, ਨਾਮ ਦੇ ਨਾਲ, ਅੰਮ੍ਰਿਤ ਦੇ ਨਾਲ, ਆਪਣੇ ਪਤੀ ਦੇ ਨਾਲ ਤ੍ਰਿਸ਼ਨਾ ਬੁੱਝਣੀ ਹੈ। ਹਾਂਜੀ ਵੀਰ ਜੀ। ਹਾਂਜੀ, ਨੈਚੁਰਲੀ ਨਿੱਜਰ ਸਾਹਿਬ ਤੁਸੀਂ ਜਿੱਥੇ ਬੈਠੇ ਜੋ ਸੁੱਖ ਉੱਥੇ ਆ। ਹਾਂ, ਬਾਹਰ ਤੇ ਸੁੱਖ ਹੈ ਨਹੀਂ। ਬਿਲਕੁਲ। ਜਿੱਥੇ ਬਾਹਰ ਤੇ ਫਿਰ ਸਮਝ ਲਓ ਕਿ ਤੁਸੀਂ ਉਹ ਬਾਹਰ ਤੁਰ ਪਏ ਜੋ। ਹੁਣ ਬਾਹਰ ਤੇ ਤੁਹਾਡੀਆਂ ਇੰਦਰੀਆਂ ਨੇ ਖਿੱਚੀ ਜਾਣਾ, ਉਹਨਾਂ ਦੇ ਤ੍ਰਿਸ਼ਨਾ ਤੇ ਖਤਮ ਨਹੀਂ ਹੋਣੀ। ਉਹ ਤੇ ਲੱਕੜ ਚ ਅੱਗ ਪਾਈ, ਅੱਗ ਚ ਲੱਕੜ ਪਾਈ ਜੋ, ਉਹ ਅੱਗ ਉਨੀ ਵਿਸ਼ਾਲ ਹੋਈ ਜਾਣੀ ਹੈ। ਬਿਲਕੁਲ। ਤ੍ਰਿਸ਼ਨਾ ਇੱਕ ਅਗਨ ਹੈ। ਤੁਸੀਂ ਜਿੰਨੀ ਲੱਕੜ ਪਾਈ ਨਾ, ਉਹਨੇ ਕਹਿਣੀ ਹੋਰ ਲਿਆ। ਆਪ ਜਿਆਦੀ ਲੱਕੜ ਸੁੱਟ ਦੋਗੇ, ਅੱਗ ਕਹਿੰਦੀ ਬਸ ਕਰ। ਉਹ ਜਿੰਨੀ ਤੁਸੀਂ ਵੱਧ ਪਾਈ ਜਾਓਗੇ ਉਨੀ ਲਾਈਟ ਵੱਡੀ ਹੋ ਜਾਣੀ ਆ, ਉਨੀ ਅੱਗ ਦੀ ਡਿਮਾਂਡ ਵੱਧ ਜਾਣੀ ਆ। ਬਿਲਕੁਲ। ਔਰ ਲੱਕੜ ਮੁੱਕ ਜਾਣੀ ਆ, ਆਪਣਾ ਜਿਹੜਾ ਸਰੀਰ ਖਤਮ ਹੋ ਜਾਣਾ। ਹਾਂ, ਤੇ ਉਹ ਅੱਗ ਨੇ ਖਤਮ ਨਹੀਂ ਹੋਣਾ। ਇਸ ਕਰਕੇ ਸੰਤੋਖ ਦੇ ਵਿੱਚ ਜੀਵਨ ਬਤੀਤ ਕਰਨਾ ਬੜਾ ਜ਼ਰੂਰੀ ਆ। ਸੰਤੋਖ ਜਿੱਥੇ ਮਰਜ਼ੀ ਭੱਜ ਕੇ ਵੇਖ ਲਓ, ਸੰਤੋਖ ਜਦ ਤੱਕ ਤੁਸੀਂ ਭਗਤੀ ਨਹੀਂ ਕਰੋਗੇ ਤੁਹਾਨੂੰ ਨਹੀਂ ਪ੍ਰਾਪਤ ਹੋ। ਸੰਤੋਖ ਉਦੋਂ ਮਿਲੂਗਾ ਜਦੋਂ ਸੁਰਤੀ ਤੁਹਾਡੀ ਆਤਮਾ ਤੱਤ 'ਚ ਚਲ ਗਈ। ਓਦਾਂ ਸੰਤੋਖ ਸੰਸਾਰ 'ਚ ਨਹੀਂ ਹੈਗਾ। ਭਾਵੇਂ ਓਦਾਂ ਬੰਦਾ ਕਹਿ ਦੇਵੇ ਕਿ ਹਾਂ ਬਈ ਮੈਂ ਨਹੀਂ ਕੁਝ ਕਰਨਾ, ਆਲਸਪਨ ਆ ਜਾਏ, ਉਹ ਬਹਾਨਾ ਬਣਾ ਲੇ, ਨਹੀਂ ਜੀ ਛੱਡੋ ਖੜਾ ਕੀ ਕਰਨਾ। ਪਰ ਜਿਹੜਾ ਅੰਦਰੋਂ ਜਿਹੜੀ ਆਵਾਜ਼ ਬਿਲਕੁਲ ਸਟਾਪ ਕਰਨ ਦੇ ਲਈ
ਤੁਹਾਨੂੰ ਭਗਤੀ ਕਰਨੀ ਪਵੇਗੀ। ਹਾਂਜੀ ਨਿੱਜਰ ਸਾਹਿਬ ਅੱਗੇ ਚਲੀਏ। ਔਰ ਗੋਰਖੀ ਸਾਹਿਬ ਉਹ ਆਤਮ ਤੱਤ ਜਿਹੜਾ ਉਹੀ ਤਾਂ ਪਤੀ ਹੈਗਾ ਅਸਲੀ। ਹਾਂ ਨਿੱਜਰ ਸਾਹਿਬ ਉਹਦੇ ਕੋਲ ਜਾ ਕੇ ਹੀ ਇਹ ਚੀਜ਼ ਬੰਦ ਹੋਣੀ ਹੈ। ਹਾਂ ਉਹਦੇ ਕੋਲ ਜਾ ਕੇ ਹੀ ਬੰਦ ਹੋਣੀ ਆ। ਨਾਨਕ ਬਿਨ ਨਾਵੇਂ। ਹਾਂਜੀ ਪਦਾਰਥਾਂ ਦੇ ਵਿੱਚ ਪਦਾਰਥਾਂ 'ਚ ਬ੍ਰਹਮ ਹੈ ਨਹੀਂ। ਹਾਂ ਤੇ ਜਿੱਥੇ ਬ੍ਰਹਮ ਹੈਗਾ ਉੱਥੇ ਪਦਾਰਥ ਹੈ ਨਹੀਂ। ਬਸ ਬਿਲਕੁਲ ਸਹੀ ਗੱਲ ਆ। ਨਾਨਕ ਬਿਨ ਨਾਵੇਂ ਕਰੂਪ ਕੁਸੋਹਣੀ ਪਰ ਹਰ ਛੋਡੀ ਪਤਾਰ। ਉਹ ਮਾਲਕ ਪਰਮਾਤਮਾ ਜਿਹਨੇ ਡਿਜ਼ਾਈਨ ਕੀਤਾ ਹੈ ਆਪਣਾ ਸਰੀਰ, ਉਹ ਕਹਿੰਦਾ ਇੰਦਰੀਆਂ ਦੇ ਵਿੱਚ ਇਹ ਪਰਪੁਰਖ ਦੇ ਨਾਲ ਪਰ ਇਸਤਰੀ ਦੇ ਨਾਲ ਸਵਾਦ ਹੈਗਾ, ਪਰ ਤੇਰੀ ਤ੍ਰਿਸ਼ਨਾ ਨਹੀਂ ਬੁੱਝ ਸਕਦੀ। ਉਹਨੇ ਡਿਜ਼ਾਈਨ ਹੀ ਕੀਤਾ, ਕਹਿੰਦੇ ਮੈਂ ਤਾਂ ਡਿਜ਼ਾਈਨਰ ਹੈਗਾ ਤੇਰਾ, ਮੈਂ ਤਾਂ ਤੈਨੂੰ ਡਿਜ਼ਾਈਨ ਕੀਤਾ ਹੋਇਆ, ਮੈਂ ਤਾਂ ਪਾਇਆ ਹੀ ਨਹੀਂ ਇਸ ਤਰ੍ਹਾਂ ਦਾ ਕੋਈ ਤੇਰਾ ਜਿਹੜਾ ਹੈਗਾ ਜਿਹਦੇ ਨਾਲ ਤੇਰੀ ਤ੍ਰਿਸ਼ਨਾ ਬੁੱਝ ਜਾਏ। ਮੈਂ ਤਾਂ ਪਾਇਆ ਤ੍ਰਿਸ਼ਨਾ ਵੱਧ ਜਾਏ, ਮੈਂ ਤਾਂ ਇਹੋ ਜਿਹਾ ਸਿਸਟਮ ਲਾਇਆ ਹੋਇਆ ਹੈ। ਆਇਆ ਪਾਈ ਪਰਪੁਰਖ ਪਰ ਇਸਤਰੀ। ਨਾਨਕ ਬਿਨ ਨਾਵੇਂ ਕਰੂਪ ਕੁਸੋਹਣੀ, ਕਹਿੰਦੇ ਨਾਮ ਤੋਂ ਬਗੈਰ ਤੇਰੀ ਤ੍ਰਿਸ਼ਨਾ ਨਹੀਂ ਬੁੱਝ ਸਕਦੀ, ਤੂੰ ਮੇਰੇ ਕੋਲ ਨਹੀਂ ਆ ਸਕਦੀ। ਮੈਨੂੰ ਨਾਮ ਵਾਲਾ ਗਹਿਣਾ ਚਾਹੀਦਾ ਹੈ ਤੇਰੇ। ਤੂੰ ਨਾਮ ਵਾਲਾ ਗਹਿਣਾ ਲੈ ਲਏਂਗੀ ਗੁਰੂ ਕੋਲੋਂ, ਬ੍ਰਹਮ ਗਿਆਨੀਆਂ ਕੋਲੋਂ, ਤੇ ਸੋਹਣੀ ਹੋ ਜਾਏਂਗੀ, ਨਹੀਂ ਤਾਂ ਕੁਸੋਹਣੀ ਰਹੇਂਗੀ ਔਰ ਕੁਰੂਪ ਰਹੇਂਗੀ। ਪਰ ਹਰ ਛੋਡੀ ਪਤਾਰ, ਕਹਿੰਦੇ ਤਦ ਤੱਕ ਤਾਂ ਪਾਈ ਮੇਰੇ ਕੋਲ ਤਾਂ ਆ ਨਹੀਂ ਸਕਦੀ ਪਾਈ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਜਦ ਤੱਕ ਇੱਕ ਔਰਤ ਬਾਹਰ ਦਾ ਰਸਤਾ ਨਹੀਂ ਤਿਆਗਦੀ, ਬਾਹਰ ਹੀ ਰਹਿੰਦੀ ਜੀਵ ਇਸਤਰੀ। ਫਿਰ ਕਹਿੰਦੇ ਆ ਕਿ ਉਹ ਕਹਿੰਦੇ ਕਿ ਤੂੰ ਇੱਕ ਐਸੀ ਅਗਨ ਹੈ ਜਿੱਥੇ ਤੂੰ ਸੜਦੀ ਹੀ ਰਹਿਣਾ। ਸੰਸਾਰ 'ਚ ਆਪਾਂ ਏਦਾਂ ਸੜਦੇ ਹੀ ਪਏ, ਹੋਰ ਕਿਥੇ ਲੱਭਣ ਦਿਆ। ਆਖਰ ਤੇ ਜਿਨ੍ਹਾਂ ਦੇ ਲਈ ਤੁਸੀਂ ਜੋ ਕੁਝ ਵੀ ਕਰ ਰਹੇ ਜੋ, ਉਹਨਾਂ ਨੇ ਤੁਹਾਨੂੰ ਇੱਕ ਸੜੇ ਹੋਏ ਅੰਗ ਵਾਂਗੂ ਕੱਟ ਕੇ ਸਾਈਡ ਤੇ ਕਰ ਦੇਣਾ। ਕੋਈ ਤੁਹਾਡੀ ਵੈਲਿਊ ਨਹੀਂ ਹੈਗੀ। ਨਹੀਂ ਯਕੀਨ ਆਉਂਦਾ ਮੈਨੂੰ ਫੋਨ ਕਰਕੇ ਕਹਿ ਦਿਓ ਕਿ ਹਾਂ ਚਰਨਜੀਤ ਬਹੁਤ ਜਿੱਦਾਂ ਸਰਵਣ ਵਹਿੰਗੀ ਚੁੱਕੀ ਫਿਰਦਾ ਸੀ ਨਾ, ਸਾਡਾ ਉਹਨਾਂ ਮਾਣ ਸਨਮਾਨ ਹੋ ਰਿਹਾ। ਨਹੀਂ ਹੋਊਗਾ। ਐਨਰਜੀ ਜਿਹੜੀ ਅੱਗੇ ਨੂੰ ਚੱਲਦੀ ਆ, ਪਿੱਛੇ ਨਹੀਂ ਚੱਲਦੀ। ਫਿਰ ਤੁਸੀਂ ਜਿੰਨਾ ਜ਼ਿਆਦਾ ਚਿੰਬੜਨਾ ਹੈ, ਫਿਰ ਤੁਹਾਨੂੰ ਦੁੱਖ ਬੜਾ ਲੱਗਣਾ, ਕਿਉਂਕਿ ਲੋੜ ਤੋਂ ਜ਼ਿਆਦਾ ਕੀਤਾ ਨਾ। ਹੁਣ ਤੁਸੀਂ ਵੇਖਿਆ ਨਹੀਂ ਕਿ ਭੈਣ ਭਰਾ ਦੇ ਨਾਲ ਆਪਾਂ ਬੜਾ ਪਿਆਰ ਕਰਦੇ ਹਾਂ ਤੇ ਉਹ ਉਹਨਾਂ ਨਹੀਂ ਕਰਦਾ, ਤੇ ਫਿਰ ਨਿੱਜਾ ਸਾਹਿਬ ਜਿਹੜਾ ਕੀਤਾ ਨਾ ਜ਼ਹਿਰ ਲੱਗਣ ਲੱਗ ਪੈਂਦਾ। ਸਹੀ ਆ ਬਿਲਕੁਲ। ਫਿਰ ਆਪਾਂ ਲੋਕਾਂ ਨੂੰ ਕਹਿੰਦੇ ਆ ਉਹ ਜੀ ਅਸੀਂ ਏਦਾਂ ਕੀਤਾ, ਮੈਂ ਉਹਨੂੰ ਇੱਥੇ ਕੀਤਾ, ਉਹਦਾ ਮਕਾਨ ਬਣਾਇਆ, ਮੈਂ ਫਲਾਣਾ ਤੇ ਮੈਂ ਢਿਮਕਾ, ਯਾਰ ਅੱਜ ਮੈਨੂੰ ਲੋੜ ਹੈ ਤੇ ਆਇਆ ਹੀ ਨਹੀਂ। ਆਪਾਂ ਕਹਿੰਦੇ ਇਹੋ ਹਿਸਾਬ ਸੰਸਾਰ ਦਾ ਹੈ। ਤੁਸੀਂ ਜਿੰਨਾ ਜ਼ਿਆਦਾ ਚਿੰਬੜੋਗੇ ਮੁੜ ਕੇ ਫਿਰ ਤੁਹਾਨੂੰ ਰੋਸ ਆਉਣਾ, ਕਿਉਂਕਿ ਕਦਰ ਪੈਣੀ ਨਹੀਂ ਹੈ। ਜਿੱਥੇ ਤੁਸੀਂ ਕਹੋਗੇ ਸਾਨੂੰ ਜਸ ਮਿਲੇ, ਬੜੀ ਸਾਡੀ ਵਡਿਆਈ ਹੋਵੇ, ਤੇ ਵਡਿਆਈ ਤੇ ਨਹੀਂ ਹੋਣੀ ਪਈ। ਕਿਉਂਕਿ ਸੰਸਾਰ 'ਚ ਵਡਿਆਈ ਕਾਹਦੀ ਆ? ਵਡਿਆਈ ਉਹਨਾਂ ਚਿਰ ਤੱਕ ਹੈ ਜਿੰਨਾ ਚਿਰ ਤੱਕ ਉਹ ਅੰਬ ਦੇ ਵਿੱਚੋਂ ਗਿੜਕ, ਵੇਖਿਆ ਤੁਸੀਂ ਅੰਬ ਦੀ ਗਿੜਕ ਖਾਂਦੇ ਜੋ ਕਿੰਨਾ ਮਜ਼ਾ ਆਉਂਦਾ ਹੈ, ਪਰ ਤੁਹਾਡਾ ਗਿੜਕ ਦੇ ਨਾਲ ਕੋਈ ਪਿਆਰ ਨਹੀਂ ਜੋ ਹੈਗਾ ਨਿੱਜਾ ਸਾਹਿਬ। ਬਿਲਕੁਲ ਸਹੀ ਹੈ। ਥੋੜਾ ਜਿਹਾ ਰਸ ਖਤਮ ਹੋਇਆ, ਤੁਸੀਂ ਉਹ ਵਗਾ ਕੇ ਮਾਰਨੀ, ਤੁਸੀਂ ਭੁੱਲ ਜਾਣਾ ਕਿ ਚੋਂ ਸ਼ਹਿਦ ਨਿਕਲਿਆ। ਮੈਂ ਐਸੇ ਲੋਕ ਵੇਖੇ, ਲੋਕਾਂ ਨੇ ਗਾਵਾਂ ਵੇਚ ਦਿੰਦੇ ਨੇ ਚਾਂਬੜੀਆਂ ਨੂੰ, ਉਹ ਦੁੱਧ ਦਾ ਪੀਤਾ ਭੁੱਲ ਜਾਂਦੇ ਆ ਨਿੱਜਾ ਸਾਹਿਬ। ਬਿਲਕੁਲ ਯਾਦ ਰੱਖਦੇ। ਹਾਂ ਬਿਲਕੁਲ। ਕਹਿੰਦੇ ਕਿਹੜਾ ਦੁੱਧ ਪੱਠੇ ਨਹੀਂ ਪਾਏ, ਵੇਚ ਵੀ ਦਿੰਦੇ ਆ ਗੋਰਖੀ ਸਾਹਿਬ, ਬਾਹਰ ਵੀ ਛੱਡ ਦਿੰਦੇ ਆ। ਫੰਡਰ ਜਿਹੜੀਆਂ ਹੈਗੀਆਂ ਉਹ ਘੁੰਮਦੀਆਂ, ਦੇਖ ਲਓ। ਇਹ ਤਾਂ ਇੰਨੇ ਹੋ ਗਏ ਆ ਹੁਣ ਯੂਪੀ ਬਿਹਾਰ ਦੇ ਵਿੱਚ, ਤਾਂ ਇੰਨੇ ਪਸ਼ੂ ਹੋ ਗਏ ਆ ਕਿ ਉਹਨਾਂ ਦੀ ਖੇਤੀ ਜਿਹੜੀ ਹੈਗੀ ਉਹ ਤਾਂ ਪੂਰੀ ਜਿਹੜੀ ਹੈਗੀ ਬਾੜ ਲਾ ਕੇ ਰੱਖਦੇ ਆ ਭਾਈ, ਉਹਨਾਂ ਦੀ ਖੇਤੀ ਨਹੀਂ ਬਚਦੀ ਇਹਨਾਂ ਕੋਲੋਂ। ਹਾਂਜੀ ਵੀਰ ਜੀ। ਹਾਂ ਇਨਸਾਨ ਏਦਾਂ ਦਾ ਹੀ ਹੈ, ਭੁੱਲ ਜਾਂਦਾ ਹੈ, ਅਹਿਸਾਨ ਫਰਾਮੋਸ਼ ਹੈ ਕਿ ਨਹੀਂ ਯਾਰ ਹੁਣੇ ਕਿਸੇ ਕੰਮ ਦਾ ਨਹੀਂ, ਔਰ ਜਦੋਂ ਕੰਮ ਦਾ ਨਹੀਂ ਉਹ ਕਹਿੰਦਾ ਛੱਡੋ ਪਰੇ ਨੂੰ। ਉਹ ਭੁੱਲ ਜਾਂਦਾ ਕੌਣ, ਕਿਹੜੀ ਗਾਂ, ਕਿਹੜੀ ਮੱਝ, ਕਿਹੜਾ ਦੁੱਧ ਉਹ ਤੇ ਪੀ ਲਿਆ, ਉਹ ਨਹੀਂ ਯਾਦ ਰੱਖਦਾ। ਉਹ ਨਹੀਂ ਸੋਚਦਾ ਕਿ ਇਸ ਦੁੱਧ ਨੇ ਤੇਰੇ ਬੱਚੇ ਪਾਲੇ, ਅੱਜ ਤੂੰ ਭੁੱਲ ਗਿਆ ਤੇਰਾ ਕਿੰਨੇ ਟਾਈਮ ਲਈ ਦਾਲ ਫੁਲਕਾ ਚੱਲ ਰਿਹਾ। ਤੇ ਜੇ ਉਹ 2-4 ਸਾਲ ਵਿਚਾਰੀ ਰਹਿ ਵੀ ਜਾਂਦੀ ਹੈ, ਫੰਡਰ ਹੋ ਗਈ ਹੈ, ਤੇ ਜੇ ਉਹ ਤੇਰਾ ਥੋੜਾ ਜਿਹਾ ਪੈਸਾ ਲੈ ਵੀ ਜਾਂਦੀ 1000-1500 ਰੁਪਇਆ, ਉਹ ਭੁੱਲਿਆ ਉਹ ਤੂੰ ਕਿਤੇ ਰੱਬ ਨੂੰ ਮੂੰਹ ਤੇ ਦਿਖਾਵੇਂਗਾ ਨਾ ਕਿ ਗਾਨੂੰ ਤੂੰ ਘਰੋਂ ਨਹੀਂ ਕੱਢਿਆ ਨਿਜਰ ਸਾਹਿਬ। ਬੋਝ ਤੇ ਹੈਗਾ ਨਾ ਛਾਤੀ ਤੇ। ਬਿਲਕੁਲ। ਪਰ ਉਹ ਨਹੀਂ ਪਰਵਾਹ ਕਰਦੇ, ਉਹ ਕਹਿੰਦੇ ਛੱਡੋ ਖੜਾ, ਸਾਡੀ ਛਾਤੀ ਤੇ ਕੋਈ ਬੋਝ ਨਹੀਂ ਹੈਗਾ। ਅੱਛਾ ਜੀ ਅੱਗੇ ਚੱਲੀਏ। ਅੱਗੇ ਦੇਖੋ ਹੁਣ ਇਹ ਮਨਮੁਖ ਵਾਲਾ ਜਿਹੜਾ ਹੈਗਾ, ਇਹ ਜਿਹੜੀ ਕੁਲੱਖਣੀ ਹੈਗੀ, ਕੁਨਾਰ ਹੈਗੀ ਆ, ਇਹ ਜਿਹੜੀ ਹੈਗੀ ਆ, ਜਿਹੜੀ ਆਪਾਂ ਬਦ ਚਲਨ ਹੈਗੇ ਆ, ਤੇ ਇਹਦੇ ਬਾਰੇ ਮਹਾਰਾਜ ਨੇ ਆਹ ਪੌੜੀ ਲਗਾਏ, ਆਹ ਜਿਹੜਾ ਸ਼ਲੋਕ ਇਹਦੇ ਬਾਰੇ ਦੱਸਿਆ। ਹੁਣ ਕੰਪੈਰੀਜ਼ਨ ਕਰ ਰਹੇ ਵੀ ਸੁਹਾਗਣਾ ਕਿਹੋ ਜਿਹੀਆਂ ਹੁੰਦੀਆਂ ਹੈ,
ਉਹਨਾਂ ਦੇ ਬਾਰੇ ਅਗਲਾ ਸ਼ਲੋਕ ਆ ਗਿਆ। ਮਹਲਾ ਤੀਜਾ, ਸ਼ਬਦੇ ਰਤੀ ਸੁਹਾਗਣੀ ਸਤਿਗੁਰ ਕੇ ਭਾਏ ਪਿਆਰ। ਕਹਿੰਦੇ ਸੁਹਾਗਣ ਕਿਵੇਂ ਬਣ ਗਈ ਭਾਈ? ਇਹ ਜਿਹੜੀ ਹੈਗੀ ਆ ਕੁਲੱਖਣਾ ਵਾਲੀ ਕੁਨਾਰ ਜਿਹੜੀ ਹੈ, ਇਹੀ ਸੁਹਾਗਣਾ, ਇਹਨਾਂ ਚੋਂ ਹੀ ਸੁਹਾਗਣਾ ਬਣ ਜਾਂਦੀਆਂ ਹੈ। ਕਿਵੇਂ ਬਣ ਜਾਂਦੀਆਂ? ਕਹਿੰਦੇ ਗਿਆਨ ਮਿਲ ਜਾਂਦਾ ਉਹਨਾਂ ਨੂੰ, ਬ੍ਰਹਮ ਗਿਆਨ ਲੈ ਲੈਂਦੀਆਂ ਹੈ, ਗੁਰਮਤ ਲੈ ਲੈਂਦੀਆਂ ਹੈ। ਉਹ ਗੁਰਮਤ ਉਹਨਾਂ ਨੂੰ ਪਿਆਰ ਪੈ ਜਾਂਦਾ ਹੈ ਆਪਣੇ ਗੁਰੂ ਦੇ ਨਾਲ, ਬ੍ਰਹਮ ਗਿਆਨ ਦੇ ਨਾਲ, ਪਿਆਰ ਦੇ ਨਾਲ। ਫਿਰ ਜਿਹੜੀ ਹੈਗੀ ਉਹ ਜੋ ਗੁਰੂ ਕਹਿ ਰਿਹਾ ਭਾਈ ਸੁਹਾਗਣ ਬਣਨ ਵਾਸਤੇ ਨਾਮ ਚਾਹੀਦਾ, ਨਾਮ ਦੇ ਵਾਸਤੇ ਸ਼ਬਦ ਅਭਿਆਸ ਚਾਹੀਦਾ, ਉਹਦੇ ਵਿੱਚ ਰਤ ਜਾਂਦੀਆਂ ਹੈ। ਸ਼ਬਦੇ ਰਤੀ ਸੁਹਾਗਣੀ ਸਤਿਗੁਰ ਕੇ ਭਾਏ ਪਿਆਰ। ਸਤਿਗੁਰ ਦੇ ਨਾਲ ਪਿਆਰ ਆ ਗਿਆ ਪਾਏ। ਸਤਿਗੁਰ ਦੇ ਨਾਲ ਪਿਆਰ ਪਾਉਣ ਦੇ ਨਾਲ ਆਪਣੇ ਪਤੀ ਦਾ, ਸਤਿਗੁਰੂ ਕਹਿੰਦਾ ਤੇਰਾ ਪਤੀ ਤੇਰੇ ਅੰਦਰ ਆ, ਉਹਦੇ ਤੱਕ ਜਾ, ਉਹਦੇ ਨਾਲ ਪਿਆਰ ਪਾ। ਸਤਿਗੁਰੂ ਜਿਹੜਾ ਗਿਆਨ ਜਿਹੜਾ ਹੈਗਾ ਆਪਣੇ ਨਾਲ ਪਿਆਰ ਨਹੀਂ ਪਾਉਂਦਾ। ਗਿਆਨ ਤਾਂ ਕਹਿੰਦਾ ਹੈ ਭਾਈ ਤੇਰਾ ਪਤੀ ਤੇਰੇ ਅੰਦਰ ਆ, ਨਾ ਭਟਕ, ਨਾ ਭਟਕ। ਸ਼ਬਦੇ ਰਤੀ ਸੁਹਾਗਣੀ ਸਤਿਗੁਰ ਕੇ ਭਾਏ ਪਿਆਰ, ਸਦਾ ਰਾਵੇ ਪਿਰ ਆਪਣਾ ਸੱਚਾ ਪ੍ਰੇਮ ਪਿਆਰ। ਲਓ ਕਹਿੰਦੇ ਹਮੇਸ਼ਾ ਉਹ ਆਪਣੇ ਪਤੀ ਦਾ ਸਾਥ ਮੰਨਦੀਆਂ, ਪਤੀ ਦਾ ਸੁੱਖ ਮੰਨਦੀਆਂ ਹੈ, ਪਤੀ ਦਾ ਪ੍ਰੇਮ ਹਮੇਸ਼ਾ ਰਹਿੰਦਾ ਉਹਨਾਂ ਨੂੰ, ਪਤੀ ਦੇ ਨਾਲ, ਪਤੀ ਦੇ ਗਲ ਦੇ ਨਾਲ ਲੱਗੀਆਂ ਰਹਿੰਦੀਆਂ। ਸਦਾ ਰਾਵੇ ਪਿਰ ਆਪਣਾ, ਹਮੇਸ਼ਾ ਸੱਚੇ ਪ੍ਰੇਮ ਪਿਆਰ। ਉਹਦਾ ਸੱਚ ਦੇ ਨਾਲ ਪਿਆਰ ਆ, ਅਸਲੀ ਜਿਹੜਾ ਪਤੀ ਹੈ ਉਹਦੇ ਨਾਲ ਪਿਆਰ ਆ, ਜਿਹਦੇ ਕੋਲੋਂ ਸੁਖੀ ਹੋ ਸਕਦੀਆਂ, ਜਿਹਦੇ ਕੋਲੋਂ ਰਾਜ ਆ ਸਕਦਾ, ਜਿਹਦੇ ਕੋਲੋਂ ਤ੍ਰਿਸ਼ਨਾ ਬੁੱਝ ਸਕਦੀ ਹੈ। ਅੱਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ। ਕਹਿੰਦੇ ਇੰਨੀ ਸੋਹਣੀ ਆ ਉਹ ਜੀਵ ਇਸਤਰੀ। ਅੱਤ ਸਵਾਲਿਓ, ਅੱਤ ਸਵਾਲਿਓ ਕਹਿੰਦੇ ਹੈ, ਦੇਖੋ ਕਿੰਨੇ, ਦੇਖੋ ਕਰੋੜਾਂ ਦੇ ਵਿੱਚ ਕੋਈ ਇੱਕ ਐਸੀ ਜੀਵ ਇਸਤਰੀ ਹੁੰਦੀ ਹੈ। ਕਹਿੰਦੇ ਇੰਨੀ ਸੋਹਣੀ, ਇੰਨੀ ਸੋਹਣੀ ਔਰ ਸੁੰਦਰੀ, ਕਹਿੰਦੇ ਸੋਭਾਵੰਤੀ, ਇੰਨੀ ਸੋਭਾ ਲੋਕ ਪਰਲੋਕ ਦੇ ਵਿੱਚ ਸੋਭਾ ਹੋ ਜਾਂਦੀ ਹੈ ਉਸ ਨਾਰ ਦੀ। ਨਾਨਕ ਨਾਮ ਹੈ ਸੁਹਾਗਣੀ ਮੇਲੀ ਮੇਲਣਹਾਰ। ਕਿਵੇਂ ਹੋ ਗਈ ਸੁਹਾਗਣੀ ਪਾਈ? ਕਿਵੇਂ ਕੁਨਾਰ ਤੋਂ ਨਾਰ ਬਣ ਗਈ, ਅਤ ਸੋਹਣੀ ਬਣ ਗਈ, ਅਤ ਸੁੰਦਰੀ ਬਣ ਗਈ, ਸੋਭਾਵੰਤੀ ਹੋ ਗਈ? ਕਹਿੰਦੇ ਨਾਮ ਦੇ ਨਾਲ ਹੋ ਗਈ ਪਾਏ। ਗੁਰੂ ਦੀ ਗੱਲ ਮੰਨੀ, ਬ੍ਰਹਮ ਗਿਆਨ ਲਿਆ, ਆਪਣੇ ਪਤੀ ਦੇ ਨਾਲ ਪਿਆਰ ਕੀਤਾ ਤੇ ਪਤੀ ਨੇ ਜਿਹੜਾ ਹੈਗਾ ਗੱਲ ਨਾਲ ਲਾ ਲਿਆ। ਨਾਨਕ ਨਾਮ ਹੈ ਸੁਹਾਗਣੀ ਮੇਲੀ, ਮੇਲਈ, ਮੇਲਣਹਾਰ। ਮੇਲਣਹਾਰ ਨੇ ਉਸੇ ਪਤੀ ਨੇ। ਉਹ ਤਾਂ ਗੇਮ ਦੇਖ ਰਿਹਾ ਹੈ ਸਾਰੀ, ਵੀ ਕੀ ਕਰ ਰਹੇ ਹਾਂ ਆਪਾਂ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਫਿਰ ਉਹ ਕਹਿੰਦੇ ਕਿ ਉਹ ਜਿਹੜਾ ਔਗੁਣ ਕਿੱਦਾਂ ਦੂਰ ਹੋਣਗੇ? ਉਹ ਕਹਿੰਦੇ ਕਿ ਉਹ ਆਪਣੇ ਪਤੀ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦੀ, ਤੇ ਪਤੀ ਵੀ ਕੀ ਕਰਦਾ, ਫਿਰ ਉਹਨੂੰ ਗੱਲ ਨਾਲ ਲਾ ਲੈਂਦਾ। ਬਿਲਕੁਲ। ਔਰ ਜਿਹੜਾ ਇਹ ਪਤਾ ਕਿਵੇਂ ਲੱਗਿਆ ਗੁਰਕੀ ਸਾਹਿਬ? ਗਿਆਨ ਲੈਣਾ ਪਊਗਾ। ਬ੍ਰਹਮ ਗਿਆਨ ਜਿਹੜਾ ਹੈਗਾ ਇਹਦੇ ਨਾਲ ਹੀ ਪਤਾ ਲੱਗਿਆ ਆਪਾਂ ਨੂੰ। ਵੀ ਆਪਾਂ ਹੁਣ ਜਿਹੜੇ ਬ੍ਰਹਮ ਗਿਆਨ ਲੈ ਰਹੇ ਹਾਂ ਤੀਸਰੀ ਪਾਤਸ਼ਾਹੀ ਦਾ, ਬ੍ਰਹਮ ਗਿਆਨੀਆਂ ਦਾ, ਉਸੇ ਤੋਂ ਆਪਾਂ ਨੂੰ ਪਤਾ ਲੱਗਿਆ। ਇਸੇ ਨੇ ਆਪਾਂ ਨੂੰ ਮੋਟੀਵੇਟ ਕਰਨਾ ਹੈ, ਇਸੇ ਤੋਂ ਆਪਾਂ ਨੇ ਜਿਹੜਾ ਹੈਗਾ ਉਹ ਆਪਣੇ ਪਤੀ ਵੱਲ ਨੂੰ ਹੋਣਾ ਹੈ, ਇੱਕਦਮ ਯੂ ਟਰਨ ਲੈਣਾ ਹੈ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਫਿਰ ਉਹ ਕਹਿੰਦੇ ਆ ਕਿ ਸੰਗਤ ਕੀਤੀ, ਸੰਗਤ ਜੇ ਭੇਦ ਪਤਾ ਲੱਗਾ ਕਿ ਤੇਰੇ ਜੀਵਨ ਦਾ ਜਿਹੜਾ ਨਿਸ਼ਾਨਾ ਹੈ ਨਾ ਉਹ ਗਲਤ ਆ। ਤੂੰ ਕਿਸੇ ਐਸੀ ਜਗ੍ਹਾ ਤੇ ਜਾ ਰਿਹਾ ਹੈ ਜਾਂ ਜਾ ਰਹੀ ਹੈ ਜਿੱਥੇ ਮਤਲਬ ਤੈਨੂੰ ਸੰਤੁਸ਼ਟੀ ਨਹੀਂ ਮਿਲਣੀ, ਤੇਰੀ ਤ੍ਰਿਸ਼ਨਾ ਖਤਮ ਨਹੀਂ ਹੋਣੀ। ਬਾਣੀ ਤੇ ਉਹ ਕਹਿ ਰਹੀ ਨਾ ਕਿ ਤੂੰ ਜਿਹੜੇ ਰਸਤੇ ਤੇ ਤੁਰਿਆ ਪਿਆ ਨਾ ਉੱਥੇ ਦੁੱਖ ਹੀ ਦੁੱਖ ਨੇ, ਉੱਥੇ ਪਰੇਸ਼ਾਨੀਆਂ ਨੇ, ਕਿਉਂਕਿ ਤੂੰ ਮੇਨ ਚੀਜ਼ ਛੱਡਦੀ ਆ। ਜਿੱਦਾਂ ਇੱਕ ਔਰਤ ਆਪਣੇ ਪਤੀ ਨੂੰ ਛੱਡ ਕੇ ਬਾਹਰ ਤੁਰੀ ਫਿਰਦੀ ਆ, ਉਹ ਕਿਤੇ ਸੁਖੀ ਨਹੀਂ ਰਹਿ ਸਕਦੀ। ਆਖਰ ਤੇ ਉਹਨੂੰ ਅਹਿਸਾਸ ਕਰਨਾ ਹੈ ਕਿ ਇਹ ਤੇ ਮਤਲਬ ਜੋ ਵੀ ਮੈਂ ਕੀਤਾ ਹੈ ਇਟ ਇਜ਼ ਨਾਟ ਗੁੱਡ। ਇਸੇ ਹੀ ਤਰ੍ਹਾਂ ਜਿਹੜਾ ਬੰਦਾ ਆਤਮਾ ਨੂੰ ਛੱਡ ਕੇ ਇੱਥੇ ਸੰਸਾਰ 'ਚ ਉਲਝਦਾ ਰਹਿੰਦਾ ਹੈ ਔਰ ਆਪਣੀਆਂ ਫਾਲਤੂ ਦੀਆਂ ਇੱਛਾਵਾਂ ਦੀ ਪੂਰਤੀ ਕਰਦਾ ਹੈ, ਜਿਹੜੀਆਂ ਇੱਛਾਵਾਂ ਦੀ ਪੂਰਤੀ ਕਰਨੀ ਸਹੀ ਨਹੀਂ ਹੈ, ਔਰ ਆਖਰ ਤੇ ਇਹਨੇ ਬਹੁਤ ਦੁਖੀ ਹੋਣਾ ਹੈ। ਇਹ ਸੱਚ ਹੈ। ਪਰ ਦੁਖੀ ਜਦੋਂ ਹੁੰਦਾ ਹੈ ਬੰਦਾ ਫਿਰ ਸੋਚਦਾ ਹੈ ਕਿ ਮੇਰੇ ਜੀਵਨ ਦਾ ਮਕਸਦ ਕੀ ਸੀ। ਹੁਣ ਵੀ ਬਾਣੀ ਇਹੋ ਕਹਿੰਦੀ ਆ ਕਿ ਜੇਕਰ ਤੂੰ ਪਤੀ ਨੂੰ ਆਪਣੇ ਜੀਵਨ 'ਚ ਰੱਖਦਾ ਹੈ, ਪਰਮਾਤਮਾ ਨੂੰ, ਔਰ ਬਾਣੀ ਦੇ ਵਿੱਚ ਸਾਨੂੰ ਇਹੋ ਸਿੱਖਿਆ ਦਿੱਤੀ ਜਾਂਦੀ ਹੈ ਕਿ ਤੂੰ ਪਰਮਾਤਮਾ ਨੂੰ ਨਾ ਛੱਡ। ਇੱਕ ਤੁਕ ਆਉਂਦੀ ਆ, ਪਰਮੇਸ਼ਰ ਦੇ ਭੁੱਲਿਆਂ ਤੇ ਵਿਆਪਨ ਸਭੇ ਰੋਗ। ਬਿਲਕੁਲ। ਜੇ ਤੈਨੂੰ ਭੁੱਲ ਜਾਏਗਾ ਨਾ ਤੇ ਤੈਨੂੰ ਬਹੁਤ ਰੋਗ ਲੱਗ ਜਾਣੇ, ਸਾਰੇ ਰੋਗ ਹੋ ਜਾਣਗੇ। ਤੇ ਇਕੱਲਾ ਤੂੰ ਪਰਮਾਤਮਾ ਵਿੱਚ ਲਾ ਲਾ ਤੇ ਸਾਰੇ ਜਿਹੜੇ ਰੋਗ ਆ ਨਾ ਤੂੰ ਉਹਨਾਂ ਤੋਂ ਮੁਕਤ ਹੋ ਜਾਣਾ, ਕਿਉਂਕਿ ਤੈਨੂੰ ਰੋਗ ਫਿਰ ਚਿੰਬੜ ਨਹੀਂ ਸਕਦੇ। ਕਿਉਂ ਨਹੀਂ ਚਿੰਬੜ ਸਕਦੇ? ਤੂੰ ਆਤਮਾ 'ਚ ਚਲ ਗਿਆ। ਠੀਕ ਹੈ ਜੀ। ਹੁਣ ਦੇਖੋ ਸਾਧ ਸੰਗਤ ਜੀ, ਇੱਥੇ ਪਰਮਾਤਮਾ ਦੀ ਜਿਹੜੀ ਬਾਣੀ ਹੈ ਉਹ ਪਤਾ ਸਾਨੂੰ ਕੀ ਕਹਿੰਦੀ ਆ? ਉਹ ਕਹਿੰਦੀ ਆ
ਤੇਰਾ ਕੰਪੀਟੀਸ਼ਨ ਜਿਹੜਾ ਲੋਕਾਂ ਨਾਲ ਨਹੀਂ ਹੋਣਾ ਚਾਹੀਦਾ। ਤੁਹਾਨੂੰ ਪਤਾ ਆਪਾਂ ਵੈਸੇ ਨਾਰਮਲੀ ਲੋਕਾਂ ਨਾਲ ਕੰਪੀਟੀਸ਼ਨ ਕਰਦੇ ਆ, ਜੇ ਕਿਸੇ ਨੇ ਕਾਰ ਲਈ ਆ ਤੇ ਆਪਾਂ ਵੀ ਕਾਰ ਲੈਣ ਦੀ ਕੋਸ਼ਿਸ਼ ਕਰਦੇ ਆ। ਜੇ ਆਪਾਂ ਕਿਸੇ ਨੇ ਘਰ ਵੱਡਾ ਬਣਾ ਲਿਆ, ਆਪਾਂ ਘਰ ਵੱਡਾ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਜਾਂ ਕਿਸੇ ਦੇ ਬੱਚੇ ਜ਼ਿਆਦਾ ਪੜ੍ਹ ਲਿਖ ਗਏ ਨੇ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਵੀ ਬੱਚੇ ਪੜ੍ਹੇ ਲਿਖਣ, ਉਸੇ ਤਰ੍ਹਾਂ ਦੀਆਂ ਨੌਕਰੀਆਂ ਕਰਨ। ਇਸੇ ਹੀ ਕੰਪੀਟੀਸ਼ਨ 'ਚ ਇੱਕ ਬੰਦਾ ਸੋਹਣਾ ਹੈ, ਉਹ ਹੋਰ ਸੋਹਣਾ ਹੋਣਾ ਚਾਹੁੰਦਾ ਹੈ, ਜਿਹੜਾ ਹੋਰ ਸੋਹਣਾ ਹੈ ਉਹ ਹੋਰ ਸੋਹਣਾ ਹੋਣਾ ਚਾਹੁੰਦਾ ਹੈ। ਕਿਸੇ ਨਾ ਕਿਸੇ ਤਰੀਕੇ 'ਚ ਆਪਾਂ ਜ਼ਿੰਦਗੀ 'ਚ ਕੰਪੀਟੀਸ਼ਨ ਕਰਦੇ ਹਾਂ, ਪਰ ਆਪਾਂ ਕੰਪੀਟੀਸ਼ਨ ਪਤਾ ਕਿਹਦੇ ਨਾਲ ਕਰਦੇ ਹਾਂ? ਲੋਕਾਂ ਦੇ ਨਾਲ। ਇਹ ਬਹੁਤ ਮਾੜੀ ਚੀਜ਼ ਹੈ, ਕਿਉਂਕਿ ਲੋਕਾਂ ਦੇ ਨਾਲ ਦੇਖੋ ਸਾਡਾ ਕੰਪੀਟੀਸ਼ਨ ਬਣਦਾ ਨਹੀਂ ਹੈ। ਕੰਪੀਟੀਸ਼ਨ ਜਿਹੜਾ ਹੈਗਾ ਸਾਡਾ ਆਪਣੇ ਆਪ ਨਾਲ ਹੋਣਾ ਚਾਹੀਦਾ ਹੈ। ਜਿੱਦਾਂ ਮਤਲਬ ਚਰਨਜੀਤ ਕੱਲ ਸੀ ਨਾ, ਉਹ ਚਰਨਜੀਤ ਜੇ ਅੱਜ ਚੱਲ ਗਿਆ ਨਾ ਤੇ ਚਰਨਜੀਤ ਲਈ ਮਾੜੀ ਚੀਜ਼ ਆ। 24 ਘੰਟੇ ਗਵਾਤੇ। 24 ਘੰਟੇ ਗਵਾਤੇ। ਹਾਂਜੀ 24 ਘੰਟੇ ਗਵਾਤੇ। ਹਾਂ ਹੁਣ ਅੱਜ ਨਾ ਮੈਂ ਸਵੇਰੇ ਵੇਖਿਆ ਸਾਡੇ ਘਰ ਕਲਯੋਗ ਆਇਆ। ਬੁਰਾ ਨਹੀਂ ਮੰਨਣਾ, ਦੇਖੋ ਤੁਸੀਂ ਸਾਡੇ ਭਰਾ ਜੋ ਮੇਰੇ ਤੋਂ ਬਜ਼ੁਰਗ ਨੂੰ ਵੱਡੇ ਆ, ਮਾਤਾ ਵੀ ਕਥਾ ਸੁਣਦੀ। ਉੱਥੇ ਨਾ ਨਾਲ ਦੇ ਕਮਰੇ 'ਚ ਟਰੰਕ ਪਿਆ। ਦੇਖੋ ਲੜਾਈ ਕਿੱਦਾਂ ਪੈਂਦੀ ਆ ਘਰ 'ਚ। ਇੱਕ ਮਾਤਾ ਦੇ 2 ਟਰੰਕ ਹੈਗੇ ਆ। ਵੈਸੇ ਮਾਤਾ ਦੀ ਬੜੀ ਵੱਡੀ ਅਲਮਾਰੀ ਆ, ਕਮਰਾ ਮਾਤਾ ਦਾ ਆਪਣਾ ਵੱਖਰਾ AC ਲੱਗਾ। ਓਕੇ ਰਿਪੋਰਟ, ਮਾਤਾ ਮਾਲਕਣ ਹੈ ਘਰ ਦੀ। ਉਹ ਟਰੰਕ 2 ਆ ਨਿੱਕੇ ਨਿੱਕੇ, ਤੇ ਉਹ ਵੈਸੇ ਮਤਲਬ ਲੋੜ ਨਹੀਂ ਆ, ਸਾਡੇ ਕੋਲ ਲੱਕੜ ਦੀਆਂ ਅਲਮਾਰੀਆਂ ਹੈਗੀਆਂ। ਤੇ ਮੇਰੀ ਨਾਲ ਦਾ ਧਿਆਨ ਹੈਗਾ ਕਿ ਉਹ ਟਰੰਕ ਜਿਹੜਾ ਇਹਨੂੰ ਦੇ ਦੇਣਾ ਹੈ ਨਿਜਰ ਸਾਹਿਬ। ਠੀਕ ਹੈ, ਗੱਲ ਲੜਾਈ ਕਿੱਥੋਂ ਪੈਂਦੀ ਆ? ਘਰਾਂ ਦੀ ਲੜਾਈ ਇੱਥੋਂ ਸ਼ੁਰੂ ਹੁੰਦੀ ਆ, ਬਿਨਾਂ ਕਾਰਨ ਤੋਂ। ਉਹ ਇੱਕ ਮਾਸੀ ਸਾਡੀ ਆਈ ਆ ਤੇ ਗੁਰਬੀਰ ਕਹਿੰਦੀ ਆ ਕਿ ਮਾਸੀ ਟਰੰਕ ਲੈ ਲਈ, ਤੂੰ ਲੈ ਜੀ, ਮਤਲਬ ਤੇਰੇ ਕੰਮ ਆਜੂ। ਤੇ ਮਾਸੀ ਕਹਿੰਦੀ ਆ ਕਿ ਭੈਣ ਨੂੰ ਵੀ ਲੈ ਜਾ। ਗੱਲ ਨਿਜਰ ਸਾਹਿਬ ਕਹਿੰਦੀ ਭੈਣ ਨੂੰ ਵੀ ਲੈ ਲਾ, ਏਦਾਂ ਦੀ ਗੱਲ ਕੀਤੀ। ਤੇ ਗੁਰਬੀਰ ਕਹਿੰਦੀ ਹਾਂ ਲੈ ਜਾ। ਉੱਥੋਂ ਹੀ ਮਾੜਾ ਜਿਹਾ ਵੇਖੋ ਆਰਗੂਮੈਂਟ ਹੋ ਗਿਆ ਕਿ ਮੈਂ ਇੰਨੀ ਵਾਧੂ ਆਈ ਆ, ਮੈਨੂੰ ਕੋਈ ਲੈ ਜਾਊਗਾ। ਮਤਲਬ ਗੱਲ ਦੇਖੋ, ਗੱਲ ਹੈ ਹੀ ਨਹੀਂ ਆ, ਕੋਈ ਪੁਆਇੰਟ ਨਹੀਂ ਆ, ਮਜ਼ਾਕ ਦੇ ਵਿੱਚ ਹੀ। ਹਾਂ, ਤੇ ਉਹ ਗੱਲ ਸੀਰੀਅਸ ਹੋ ਗਈ। ਹੁਣ ਇਹ ਦੋਵੇਂ ਆਪਸ ਦੇ ਵਿੱਚ ਪਤਾ ਨਹੀਂ ਰੋਟੀ ਰੋਟੀ ਤੋਂ ਕੀ ਗੱਲ ਹੋਈ। ਉਹਨੂੰ ਕਹਿੰਦੇ ਪਰ ਇੱਕ ਗੱਲ ਹੈਗੀ, ਦੂਜੇ ਬੰਨੇ ਕਹਾਵਤ ਇੱਕ ਵੱਖਰੀ ਵੀ ਆ। ਮੈਂ ਉੱਥੇ ਸੈਂਟਰ ਪੁਆਇੰਟ ਹੈ। ਕਹਿੰਦੇ 9 ਸੱਸਾਂ ਲੜੀਆਂ ਤੇ 1 ਚੁੱਲ੍ਹੇ ਚੜੀਆਂ। ਇਹਨਾਂ ਦੀ ਲੜਾਈ ਦੇ ਵਿੱਚ ਕੋਈ ਜ਼ਿਆਦਾ ਇੰਟਰਫੇਰੈਂਸ ਨਹੀਂ ਕਰਨੀ ਚਾਹੀਦੀ, ਪਰ ਮੇਰੀ 'ਚ ਬੜੀ ਗੰਦੀ ਆਦਤ ਸੀ, ਮੈਂ ਚੜਾਉਣੀ ਹੁੰਦੀ ਆ ਤੇ ਮੈਂ ਕੁਛ ਵੀ ਨਹੀਂ ਕਿਹਾ। ਮੈਂ ਦੋਨਾਂ ਨੂੰ ਸੁਣਿਆ, ਉਹਨੂੰ ਵੀ ਸੁਣਿਆ। ਮੈਂ ਕਿਹਾ ਵੀ ਰੋਟੀ ਪਾਣੀ ਮਿਲਦਾ ਪਿਆ, ਖਾਈ ਜੋ, ਮਾਰਨਾ ਨਜ਼ਾਰੇ ਲਈ ਜੋ, ਤੁਹਾਡੀ ਆਪਣੀ ਜੋ ਵੀ ਹੈਗੀ ਆ ਉਹ ਤੁਸੀਂ ਆਪੇ ਐਡਜਸਟ ਕਰੋ। ਮੈਂ ਚੁੱਕ ਕੇ ਟਰੰਕ ਅਲਮਾਰੀ ਦੇ ਉੱਤੇ ਰੱਖਦਾ। ਇੱਕ ਚੀਜ਼ ਮੈਂ ਜੋ ਸਿੱਖੀ, ਮੇਰਾ ਕੰਪੀਟੀਸ਼ਨ ਮੇਰੇ ਨਾਲ ਆ। ਪਹਿਲਾਂ ਮੈਂ ਥੋੜਾ ਜਿਹਾ ਅਲੱਗ ਸੁਭਾਅ ਦਾ ਸਾਂ। ਮੈਂ ਇਹਨਾਂ ਨੂੰ ਸਮਝਾਉਣ ਚੱਲ ਜਾਂਦਾ ਸਾਂ, ਇਹਨਾਂ ਦੀ ਲੜਾਈ 'ਚ ਪੈਂਦਾ ਸਾਂ। ਉਹਦੇ ਨਾਲ ਲੜਾਈ ਸੁਲਝਦੀ ਨਹੀਂ ਸੀ, ਉਲਝਦੀ ਸੀ। ਪਰ ਜਦੋਂ ਮੈਂ ਪਿੱਛੇ ਹੋ ਗਿਆ, ਮੈਂ ਇੱਕ ਚੀਜ਼ ਦੇਖੀ। ਦੇਖੋ ਆਪਾਂ ਆਪਣੇ ਆਪ ਨੂੰ ਉੱਥੋਂ ਇਵੈਕੂਏਟ ਕਰ ਦਈਏ ਨਾ, ਤੇ ਉਹ ਲੜਾਈ ਜਿਹੜੀ ਸ਼ਾਂਤ ਹੋ ਜਾਂਦੀ ਹੈ। ਤੇ ਜਦੋਂ ਆਪਾਂ ਉੱਥੇ ਲੋੜ ਤੋਂ ਜ਼ਿਆਦਾ ਇੰਟਰਫੇਰੈਂਸ ਕਰਦੇ ਆ ਨਿੱਜਰ ਸਾਹਿਬ, ਉੱਥੇ ਪੈਂਦਾ ਡਿਸਪਿਊਟ। ਹੁਣ ਮੈਂ ਇਹ ਕਹਿ ਸਕਦਾ ਕਿ ਮੈਂ ਜੋ ਤੁਹਾਨੂੰ ਗੱਲ ਕਹਿਣਾ ਚਾਹੁੰਦਾ, ਜੋ ਕੰਮ ਦੀ ਗੱਲ ਹੈ, ਅੱਜ ਮੇਰੇ 'ਚ ਇੱਕ ਗੁਣ ਆਇਆ ਕਿ ਚਰਨਜੀਤ ਤੂੰ ਚੁੱਪ ਹੋ ਜਾ, ਬਸ ਤੂੰ ਨਹੀਂ ਬੋਲਣਾ ਵਿੱਚ। ਕਿਉਂ ਨਹੀਂ ਬੋਲਣਾ? ਕਿਉਂਕਿ ਮੇਰਾ ਪੁਰਾਣਾ ਔਗਣ ਆ, ਮੈਂ ਬੋਲਦਾ ਹਾਂ, ਪਰ ਅੱਜ ਨਹੀਂ ਤੂੰ ਬੋਲਣਾ। ਇਹੋ ਹਿਸਾਬ ਬਾਣੀ ਸਾਨੂੰ ਇਹ ਸਮਝਾ ਰਹੀ ਹੈ ਸਾਧ ਸੰਗਤ ਜੀ। ਜੇਕਰ ਅਸੀਂ ਕੱਲ ਵਰਗੇ ਇਨਸਾਨ ਅੱਜ ਵੀ ਆ, ਉਸੇ ਤਰ੍ਹਾਂ ਬੋਲੀ ਜਾਂਦੇ ਆ, ਤੇ ਫਿਰ ਸਮਝ ਲਓ ਕਿ ਕੰਪੀਟੀਸ਼ਨ ਆਪਾਂ ਹਾਰ ਰਹੇ ਆ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਤੇ ਜੇ ਹਾਂ, ਬੜੀ ਕੰਮ ਦੀ ਗੱਲ ਜੇ ਮੈਂ ਤੁਹਾਨੂੰ ਤਾਂ ਘਰ ਦੇ ਨਾਲ ਜੋੜੀ ਆ, ਉਹਦਾ ਤੁਹਾਡੇ ਦਿਮਾਗ 'ਚ ਵੜਨੀ ਨਹੀਂ ਆ, ਕਿਉਂਕਿ ਇਹ ਤੇ ਗੱਲ ਨਿਕਲ ਜਾਣੀ ਏਦਾਂ ਹੀ। ਹੁਣ ਇਹ ਕਹਾਣੀ ਬਹਿ ਗਈ ਆ, ਸਾਡਾ ਕੰਪੀਟੀਸ਼ਨ ਆਪਣੇ ਆਪ ਨਾਲ ਆ। ਗੁਰੂ ਗੋਬਿੰਦ ਸਿੰਘ ਕਹਿੰਦੇ ਖਾਲਸਾ ਸੋ ਜੋ ਨਿਤ ਕਰੇ ਜੰਗ। ਹਾਂ, ਤੇ ਅੱਜ ਜੰਗ ਕੀਤੀ, ਮੈਂ ਅੱਜ ਇੱਕ ਜਿੱਤ ਗਿਆ ਵਾਂ, ਹੋ ਸਕਦਾ ਕੱਲ ਨੂੰ ਹਾਰ ਵੀ ਜਾਵਾਂ, ਪਰ ਮੈਨੂੰ ਪਤਾ ਮੈਂ ਜੰਗ ਕਿਹਦੇ ਨਾਲ ਕਰ ਰਿਹਾ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਕਮ ਸੇ ਕਮ ਇੱਕ ਛੋਟੀ ਮੋਟੀ ਜੰਗ ਤੇ ਜਿੱਤੀ ਨਾ ਅੱਜ ਮੈਂ, ਕਿੰਨਾ ਪ੍ਰਾਊਡ ਫੀਲ ਕਰਦਾ ਜਦੋਂ ਛੋਟਾ ਬੱਚਾ ਕੰਮ ਸਤਿ ਸ੍ਰੀ ਅਕਾਲ। ਹਾਂ, ਤੇ ਇਹ ਤੁਸੀਂ ਪਲੀਜ਼ ਧਿਆਨ ਦਿਆ ਕਰੋ। ਇਸੇ ਤਰ੍ਹਾਂ ਨਿੱਕੀਆਂ ਨਿੱਕੀਆਂ ਜੰਗਾਂ ਤੁਹਾਨੂੰ ਜਿੱਤਣੀਆਂ ਪੈਣੀਆਂ। ਤੇ ਜੇ ਆਪਾਂ ਜੰਗਾਂ ਹਾਰੀ ਜਾਵਾਂਗੇ, ਰੌਲਾ ਪਾਈ ਜਾਵਾਂਗੇ, ਤੇ ਫਿਰ ਤੇ ਉਹ ਬਾਣੀ ਤੇ ਕਹੀ ਜਾਂਦੀ ਹੈ ਕਿ ਤੂੰ ਲਗਾਤਾਰ ਹਾਰ ਰਿਹਾ, ਤੂੰ ਵੇਖ ਨਹੀਂ ਜਾ, ਰੋਜ਼ ਤੇ ਰੋਜ਼ ਡੁੱਬ ਰਿਹਾ ਤੂੰ, ਔਰ ਲੱਭਣਾ ਤੈਨੂੰ ਕੁਛ ਵੀ ਨਹੀਂ ਹੈ। ਨਿਜਰ ਹਉਮੈ ਹੀ ਹੈ। ਬਿਲਕੁਲ ਮਿਲਣਾ ਕੁਛ ਜੋ ਮੈਂ ਕਿਹਾ ਹੋ ਗਿਆ। ਜੇ ਨਹੀਂ ਕੀਤਾ
ਤੇ ਹੁਣ ਬੰਦਾ ਕੋਈ ਕੰਮ ਕਿਹਨੂੰ ਕਹਿ ਕੇ ਨਾ ਧਿਆਨ ਸੇ ਫਸਿਆ ਰਹਿੰਦਾ ਸਾਡਾ ਕਿ ਹਾਂ ਨਾ ਜਾਂ ਸਾਡਾ ਹੁਕਮ ਕਿਉਂ ਨਹੀਂ ਮੰਨਿਆ ਗਿਆ, ਹੋਰ ਕੀ ਪ੍ਰੋਬਲਮ ਹੈ? ਤੇ ਗੱਲ ਤੇ ਕੁਛ ਵੀ ਨਹੀਂ, ਨਹੀਂ ਮੰਨਿਆ ਅਗਲੇ ਦੀ ਮਰਜ਼ੀ ਹੈ। ਭਗਤੀ ਦਾ ਮਤਲਬ ਹੀ ਗੋਰਖੀ ਸਾਹਿਬ ਜਿਹੜਾ ਹੈਗਾ ਫਾਈਨਲ ਸਟੇਜ ਇਹੀ ਹੈ ਵੀ ਹਉਮੈ ਖਤਮ ਕਰਕੇ ਤੂੰ ਬਸ ਦੁਨੀਆ ਜਿੱਤ ਲਈ ਹੈ। ਬਸ ਜਦ ਤੂੰ ਹਉਮੈ ਖਤਮ ਕਰ ਲਈ ਦੁਨੀਆ ਜਿੱਤ ਲਈ, ਬਸ ਆਹੀ ਹੈ ਗੇਮ। ਪਰ ਨਹੀਂ, ਬੁੱਧੀ ਤੇ ਇਹੋ ਕਹਿੰਦੀ ਸੀ ਕਿ ਤੂੰ ਨਾ ਬੋਲ ਚਰਨਜੀਤ, ਚੁੱਪ ਹੋ ਜਾ, ਪਰ ਮਨ ਤੇ ਕਹਿੰਦਾ ਹੈ ਰੌਲਾ ਪਾ, ਖਾਂਦੇ ਪੀਂਦੇ ਰੌਲਾ ਪਾਈ ਜਾਂਦੇ ਆ। ਪਰ ਨਹੀਂ, ਉੱਥੇ ਜਦੋਂ ਆਪਣੇ ਅੰਦਰ ਇਹ ਸਾਰਾ ਕੁਝ ਚੱਲਦਾ ਵਾ ਔਰ ਬੜੀ ਸ਼ਾਂਤੀ ਦੇ ਨਾਲ, ਮੈਂ ਕੁਛ ਵੀ ਨਹੀਂ ਕੀਤਾ ਤੇ ਮੈਂ ਫਿਰ ਮੈਂ ਇਹ ਵੀ ਨਹੀਂ ਗੁੱਸੇ ਜਾ ਕੇ ਰੋਟੀ ਨਹੀਂ ਕਿਹਾ ਕਿ ਮੈਂ ਰੋਟੀ ਨਹੀਂ ਖਾਣੀ, ਮੈਂ ਏਦਾਂ ਕਰੂੰਗਾ, ਨਹੀਂ ਮੈਂ ਪਾਉ ਰੋਟੀ ਲਿਆਓ, ਰੋਟੀ ਤੇ ਖਾਣੀ ਹੈ, ਤੁਹਾਡਾ ਮੈਟਰ ਬਾਅਦ ਚ ਸੌਰਟ ਆਊਟ ਕਰਾਂਗੇ, ਤੇ ਉਹਨਾਂ ਆਪੇ ਕਰ ਲਿਆ। ਸੋ ਘਰਾਂ ਚ ਨਿੱਕੇ ਸਭ ਵੀ ਛੋਟੇ ਛੋਟੇ ਮਸਲੇ ਨੇ ਆਪਣੇ, ਬਿਲਕੁਲ, ਤੇ ਇਹ ਚੀਜ਼ਾਂ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ। ਔਰ ਸੱਚੀ ਗੱਲ ਜੇ ਧਰਮ ਇਹੋ ਹੀ ਸਿਖਾਉਣ ਦਿਆ, ਹੋਰ ਤੇ ਕੁਛ ਵੀ ਨਹੀਂ ਸਿਖਾਉਣ ਦਿਆ। ਕਹਿੰਦਾ ਸੱਜਾ ਧੋਵੇ ਖੱਬੇ ਨੂੰ ਤੇ ਖੱਬਾ ਧੋਵੇ ਸੱਜੇ ਨੂੰ, ਹੱਥ ਵੀ ਇੱਕ ਦੂਜੇ ਨੂੰ ਧੋਣਗੇ ਤੇ ਤਾਂ ਹੀ ਗੱਲ ਬਣੂਗੀ। ਜੇ ਇੱਕ ਹੀ ਧੋਈ ਜਾਊ ਧੋਈ ਜਾਊ ਧੋਈ ਜਾਊ, ਉਹਨੇ ਕਲਪੀ ਜਾਣਾ, ਉਹਨੇ ਕਹਿਣਾ ਛੱਡੋ ਖਰਾ ਨਿੱਜਾ ਸਾਹਿਬ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਇਹ ਦੋਨੋਂ ਹੀ ਤਰਫੋਂ ਕੰਮ ਹੋਣਾ ਚਾਹੀਦਾ ਵਾ। ਔਰ ਬੰਦੇ ਦੀ ਪਤਾ ਕੀ ਸੋਚ ਆ, ਮੈਂ ਕੁਛ ਨਾ ਕਰਾਂ ਉਹ ਦੂਜਾ ਹੀ ਕਰੀ ਜਾਵੇ, ਉਹ ਕਿੱਥੋਂ ਹੋਊਗਾ? ਇੱਕ ਦਿਨ ਉਹਨੇ ਕਹਿਣਾ ਛੱਡੋ ਖੜਾ, ਹੋ ਗਿਆ ਜੀ। ਕੁਛ ਨਾ ਕੁਛ ਤੁਹਾਨੂੰ ਵੀ ਕਰਨਾ ਪੈਣਾ। ਖੱਬਾ ਹੱਥ ਜਿੰਨਾ ਸੱਜਾ ਕਰਦਾ ਨਿੱਜਾ ਸਾਹਿਬ ਉਹਨਾਂ ਨਹੀਂ ਕਰ ਪਾਉਂਦਾ, ਪਰ ਨਿੱਜਾ ਸਾਹਿਬ ਉਹ ਕਦੇ ਮਹਿਸੂਸ ਨਹੀਂ ਹੋਣ ਦਿੰਦਾ ਜੀ। ਬਿਲਕੁਲ ਬਿਲਕੁਲ, ਤੁਸੀਂ ਕੰਮ ਕਰਕੇ ਵੇਖ ਲਓ, ਖੱਬਾ ਹੱਥ ਬਿਲਕੁਲ ਘੱਟ ਕੰਮ ਕਰਦਾ ਵਾ, ਤੇ ਪਰ ਉਹ ਵੇਖ ਲਓ ਸੱਜੇ ਦੇ ਮਨ ਚ ਕਿਤੇ ਹੰਕਾਰ ਨਹੀਂ ਆਉਂਦਾ ਕਿ ਮੈਂ ਜ਼ਿਆਦਾ ਕਰਦਾ, ਉਹਨੂੰ ਪਤਾ ਮੈਂ ਸੱਜਾ ਵਾਂ, ਬਿਲਕੁਲ ਠੀਕ, ਮੈਂ ਉੱਪਰ ਆ। ਇਸ ਕਰਕੇ ਇਹ ਬੰਦਾ ਜਿਹੜਾ ਵੇਖੋ, ਇੱਕ ਬੰਦੇ ਦੇ ਹੱਥ ਬਰਾਬਰ ਨਹੀਂ ਕੰਮ ਕਰ ਸਕਦੇ, ਤੇ ਨਿੱਜਾ ਸਾਹਿਬ ਘਰ ਦੇ ਦੋ ਬੰਦੇ ਕਿੱਥੋਂ ਬਰਾਬਰ ਦੇ ਕੰਮ ਕਰਨਗੇ? ਆਪ ਜਸਟ ਸੋਚੋ। ਬਹੁਤ ਵਧੀਆ ਗੋਰਖੀ ਸਾਹਿਬ, ਬਹੁਤ ਵਧੀਆ ਗੱਲ ਹੈ। ਪਰ ਬੰਦਾ ਨਹੀਂ ਏਦਾਂ ਸੋਚਦਾ, ਉਹ ਕਹਿੰਦਾ ਨਹੀਂ ਮੇਰੇ ਜਿੰਨਾ ਹੀ ਕੰਮ ਹੋਣਾ ਚਾਹੀਦਾ। ਉਹ ਪੂਰੇ ਠੀਕ ਹੈ, ਉਹ ਚ ਇੰਨੀ ਕੈਪੈਸਿਟੀ ਨਹੀਂ ਹੈਗੀ, ਕੁਛ ਕਮੀਆਂ ਨੇ, ਤੇਰਾ ਹੱਥ ਬਰਾਬਰ ਕੰਮ ਨਹੀਂ ਕਰ ਸਕਦੇ ਦੋਨੋਂ, ਤੇ ਮਮਾ ਤੂੰ ਕਿਤੇ ਐਕਸਪੈਕਟ ਕਰ ਰਹੇ ਆ? ਔਰ ਉਸੇ ਦੀ ਲੜਾਈ, ਹੋਰ ਲੜਾਈ ਕਾਹਦੀ ਹੈ? ਉਹਨੂੰ ਚੁੱਕ ਲਾ, ਮੋਢਾ ਲਾ ਕੇ ਉਹਨੂੰ ਚੁੱਕ ਲਾ, ਅਗਲੇ ਨੂੰ ਚੁੱਕ ਲਾ ਭਾਈ। ਹਾਂ, ਨਿੱਜਾ ਸਾਹਿਬ ਵੇਖ ਲਓ, ਦੋ ਬੋਲਦ ਨਾਲ ਜਦੋਂ ਆਪਾਂ ਪੈਲੀ ਵਾਹੁੰਦੇ ਆ, ਇੱਕ ਬੋਲਦ ਦਾ ਜ਼ੋਰ ਘੱਟ ਲੱਗਦਾ, ਇੱਕ ਦਾ ਘੱਟ ਲੱਗਦਾ। ਵੇਖ ਲਓ, ਬਰਾਬਰ ਤੇ ਨਹੀਂ ਲੱਗਣੇ ਕਿਸੇ ਦੇ ਵੀ ਨਹੀਂ। ਇਹ ਜੇ ਸੋਚਿਆ ਜਾਵੇ ਨਾ ਕਿ ਬਰਾਬਰ ਜ਼ੋਰ ਲੱਗੀ ਹੋ। ਜਿਹੜਾ ਤਾਕਤਵਰ ਬਲਦ ਹੁੰਦਾ ਨਾ, ਜੱਟ ਜਿਹੜਾ ਹੈਗਾ ਉਹਨੂੰ ਉੱਪਰ ਰੱਖਦਾ ਹੁੰਦਾ ਜਿੱਥੇ ਮੋੜ ਦੇਣਾ ਹੈ। ਠੀਕ ਹੈ। ਹਾਂ, ਇਸ ਕਰਕੇ ਕਿਸਾਨ ਕੀ ਕਰਦੇ, ਉਹਨਾਂ ਨੂੰ ਬਦਲ ਦਿੰਦੇ ਨੇ, ਅੱਗੇ ਪਿੱਛੇ ਕਰ ਦਿੰਦੇ ਨੇ। ਠੀਕ ਹੈ ਜੀ, ਅੱਗੇ ਚਲੋ ਕਥਾ ਤੇ ਫਿਰ ਵਾਪਸ ਆ ਜਾਈਏ ਪਲੀਜ਼। ਹਾਂਜੀ, ਹੁਣ ਦੋਨੋਂ ਦੇ ਦੋਨੋਂ ਮਹਾਰਾਜ ਨੇ ਦੱਸਤੇ ਪਈ ਸੁਹਾਗਣ ਦੇ ਕਿਸ ਤਰ੍ਹਾਂ ਹੋਣਾ ਹੈ ਭਾਈ। ਦੁਹਾਗਣ ਜਿਹੜੀ ਹੈਗੀ ਉਹਨੇ ਦੁਹਾਗਣ ਨਹੀਂ ਸੁਹਾਗਣ ਹੋਣਾ ਹੈ ਭਾਈ। ਇਹ ਗਿਆਨ ਸਾਰਾ ਜਿਹੜਾ ਹੈਗਾ ਆਪਾਂ ਨੂੰ ਹੀ ਹੈਗਾ, ਇਹ ਜਿਹੜੇ ਮਨ ਦੇ ਪਿੱਛੇ ਆਪਾਂ ਹੀ ਚੱਲ ਰਹੇ ਹਾਂ। ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਇਸੇ ਤਰੀਕੇ ਨਾਲ ਮਾਲਕ ਨੇ ਬਣਾਈ ਹੋਈ ਆ, ਤੇ ਉਸੇ ਨੇ ਜਿਹੜਾ ਹੈਗਾ ਇਹ ਆਪਾਂ ਨੂੰ ਦੁਹਾਗਣ ਤੋਂ ਸੁਹਾਗਣ ਬਣਾਉਣਾ ਹੈ। ਸੁਖਜੀਤ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਜਸਟ ਟੂ ਐਡ ਗੁਰਕੀ ਸਾਹਿਬ ਦਾ ਵੀ ਲੈਫਟ ਹੈਂਡ ਰਾਈਟ ਹੈਂਡ ਸੇਮ ਨਹੀਂ ਹੈਗੇ। ਜਿਹੜੇ ਟਵਿਨਸ ਨਹੀਂ ਪੈਦਾ ਹੁੰਦੇ, ਟਵਿਨਸ, ਹਾਂਜੀ, ਟਵਿਨਸ ਦੇ ਵਿੱਚ ਹੀ ਸੁਭਾਅ 'ਚ ਫਰਕ ਹੁੰਦਾ। ਟਵਿਨਸ ਦਾ ਕੋਈ ਟਵਿਨ ਖੁਸ਼ ਰਹਿੰਦਾ, ਕੋਈ ਉਦਾਸ ਰਹਿੰਦਾ, ਕੋਈ ਲੜਾਕਾ ਹੁੰਦਾ, ਕੋਈ ਮੈਲੋ ਹੁੰਦਾ। ਉਹ ਵੀ ਦੇਖੋ, ਬਿਲਕੁਲ ਸਹੀ ਗੱਲ ਹੈ। ਹਾਂ, ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਤੇ ਹਾਂਜੀ, ਪਰ ਸਰ ਮੈਂ ਪਤਾ ਕੀ ਕਹਿੰਦਾ, ਪਰ ਆਪਾਂ ਤੇ ਇਹ ਸੋਚਦੇ ਹਾਂ ਕਿ ਹੁਣ 3 ਬੱਚੇ ਤੇ 3 ਹੀ ਸਾਡੇ ਕੈਪਟਨ ਬਣ ਜਾਣ। ਉਹ ਕਿੱਥੋਂ ਬਣ ਜਾਣ? ਉਹ ਮੈਂ ਕੋਈ ਮਾਈਂਡ ਕਰ ਜਾਏਗਾ। ਗੁਰਕੀ ਸਾਹਿਬ ਮੇਰੇ ਵੀ 3 ਨਿਆਣੇ ਹੈਗੇ ਆ, ਤਿੰਨਾਂ ਦੇ ਸੁਭਾਅ ਡਿਫਰੈਂਟ ਹੈਗੇ ਆ। ਬਿਲਕੁਲ। ਪਰ ਬੰਦੇ ਤੇ ਕਹਿੰਦੇ ਨਾ ਕਿ ਏਦਾਂ ਬਣ ਜਾਣ, ਪਰ ਕਿੱਥੋਂ ਬਣਨ? ਕਿਉਂਕਿ ਉਹ ਕਿਸੇ ਹੋਰ ਚੀਜ਼ ਐਕਸਪਰਟ ਹੈ, ਦੂਜਾ ਕਿਸੇ ਹੋਰ ਚੀਜ਼ ਐਕਸਪਰਟ ਆ, ਤੀਜਾ ਕਿਸੇ ਹੋਰ ਚੀਜ਼ ਐਕਸਪਰਟ ਆ। ਕਿਉਂਕਿ ਕੁਦਰਤ ਨੇ ਹਰ ਇੱਕ ਚੀਜ਼ ਨੂੰ ਇੱਕ ਅਲੱਗ-ਅਲੱਗ ਚੀਜ਼ ਨਾਲ ਨਵਾਜਿਆ। ਪਰ ਸਾਡੀ ਬੁੱਧੀ ਓਦਾਂ ਨਹੀਂ ਨਾ ਸੋਚਦੀ। ਸਾਡੀ ਬੁੱਧੀ ਕਹਿੰਦੀ ਹੈ ਕਿ ਇਹ 'ਚ ਫਾਇਦਾ, ਇਹ 'ਚ ਘਾਟਾ ਹੈ, ਏਦਾਂ ਕਰ ਲਓ। ਪਰ ਨਹੀਂ, ਫਿਰ ਤੇ ਸਿਸਟਮ ਬੜਾ ਗੰਦਾ ਜਿਹਾ ਹੋ ਜਾਊਗਾ। ਹਾਂਜੀ, ਅਸੀਂ ਚਾਹੁੰਦੇ ਹਾਂ ਸਾਰੇ ਡਾਕਟਰ ਬਣ ਜਾਣ, ਸਾਰੇ ਵਕੀਲ ਬਣ ਜਾਣ, ਪਰ ਮੈਂ ਕਹਿੰਦਾ ਹੁੰਦਾ ਸਾਰਿਆਂ ਨੇ ਡਾਕਟਰ ਨਹੀਂ ਬਣਨਾ। ਕੋਈ ਆਮ ਬੰਦਾ ਵੀ ਚਾਹੀਦਾ, ਸਾਨੂੰ ਬੰਦੇ ਕੰਮ ਕਰਨ ਵਾਲੇ ਵੀ ਚਾਹੀਦੇ ਆ। ਜਿੱਦਾਂ ਰੱਬ ਨੇ ਪੈਦਾ ਕੀਤਾ ਉਸ ਹਿਸਾਬ ਨਾਲ ਸਾਰਿਆਂ ਨੂੰ ਤੁਸੀਂ ਕਿਹਾ ਬੁੱਧੀ ਦਿੱਤੀ ਆ। Everybody has pros and good habits and bad things, like just ਇੱਕ ਸਰ ਸੌਰੀ ਮੈਂ ਤੈਨੂੰ ਰੋਕਿਆ।
ਉਹ ਡੈਡੀ ਦੇ ਕੋਲ ਨਾ ਇੱਕ ਪਤਾ ਨੀ ਮਾਤਾ ਦੀ ਸ਼ਿਕਾਇਤ ਲੈ ਕੇ ਆਈ, ਕਹਿੰਦੀ ਕਿ ਪੁੱਤ ਵੇਖ ਮੇਰੇ 3 ਮੁੰਡੇ ਆ, 2 ਬਹੁਤ ਵਧੀਆ ਤੇ ਇੱਕ ਜਿਹੜਾ ਨਾ ਕੰਮ ਨਹੀਂ ਕਰਦਾ। ਤੇ ਡੈਡੀ ਕਹਿੰਦੇ ਕਿ ਦੇਖੋ ਭੈਣ ਜੀ, ਖੱਟੂ ਵੀ ਹੁੰਦੇ ਤੇ ਮਨਖੱਟੂ ਵੀ ਹੁੰਦੇ ਆ ਨਜਰ ਸਾਹਿਬ। ਹਾਂ ਕਹਿੰਦਾ ਕਿ ਸ਼ਹਿਰ ਦੇ ਖੱਗੇ ਦੇ ਵਿੱਚ ਖੱਟੂ ਹੁੰਦੇ ਤੇ ਮਨਖੱਟੂ ਹੁੰਦੇ। ਮਨਖੱਟੂਆਂ ਦਾ ਕੰਮ ਨਹੀਂ ਕਰਨਾ, ਸ਼ਹਿਦ ਪੀਣਾ ਬਸ। ਸੋ ਇਸੇ ਤਰ੍ਹਾਂ ਸੰਸਾਰ 'ਚ ਸਾਰੇ ਨਹੀਂ ਕੰਮ ਕਰ ਸਕਦੇ, ਕਿਉਂਕਿ ਉਹਦਾ ਸੁਭਾਅ ਹੀ ਏਦਾਂ ਦਾ। ਅੱਛਾ ਠੀਕ ਹੈ ਨਜਰ ਸਾਹਿਬ, ਅੱਗੇ ਚਲੀਏ। ਅੱਗੇ ਹੁਣ ਮਹਾਰਾਜ ਜਿਹੜੇ ਹੈਗੇ ਆ, ਇਹ ਕਹਿੰਦੇ ਭਾਈ ਜਿਹਨੇ ਨਿਕਲਣਾ ਹੈਗਾ ਤੇ ਨਿਕਲਣ ਦਾ ਰਸਤਾ ਇੱਕੋ ਹੀ ਹੈਗਾ, ਭਈ ਬ੍ਰਹਮ ਗਿਆਨ ਲੈ ਕੇ ਉਹਦੇ ਅਨੁਸਾਰ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦੀ ਭਗਤੀ ਕਰਨੀ, ਆਪਣੇ ਅੰਦਰ ਝਾੜੂ ਲਾਉਣਾ, ਆਪਣੇ ਅੰਦਰ ਦੇਖਣਾ, ਆਪਣੇ ਅੰਦਰ ਮਾਤਮਾ ਦੀ ਯਾਤਰਾ ਕਰਨੀ। ਆਹੀ ਅਗਲਾ ਜਿਹੜਾ ਹੈਗਾ ਪੌੜੀ ਹੈਗੀ ਆ। ਪੌੜੀ ਹਰ ਤੇਰੀ ਸਭ ਕਰੇ ਉਸਤਤ ਜਿਹਨੇ ਫਾਥੇ ਕਾਢਿਆ। ਜਿਹੜੇ ਵੀ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਤਾਂ ਫਸੇ ਹੋਏ ਹਾਂ ਭਾਈ ਇਹ ਪਰਪੁਰਖ ਪਰਿਸਤਰੀ ਦੇ ਨਾਲ, ਬਸ ਉਹ ਭਗਤੀ ਕਰਨੀ ਸ਼ੁਰੂ ਕਰ ਦਿੰਦੇ ਆ। ਹਰ ਤੇਰੀ ਕਰੇ ਸਭ ਕਰੇ ਉਸਤਤ ਜਿਹਨੇ ਫਾਥੇ ਕਾਢਿਆ। ਕਿਉਂ ਕਰਦੇ ਆ? ਕਿਉਂਕਿ ਵੀ ਤੂੰ ਹੀ ਤਾਂ ਕੱਢਣਾ ਹੈ ਫਸਿਆਂ ਨੂੰ। ਹਰ ਤੁਧ ਨੂੰ ਕਰੇ ਸਭ ਨਮਸਕਾਰ ਜਿਹਨੇ ਪਾਪੇ ਤੇ ਰਾਖਿਆ। ਤੈਨੂੰ ਸਾਰੇ ਨਮਸਕਾਰ। ਆਹੀ ਨਮਸਕਾਰ ਹੈ ਉਹ ਮਾਲਕ ਪਰਮਾਤਮਾ ਨੂੰ। ਉਹ ਕਿਹੜਾ ਦਿਸ ਰਿਹਾ ਹੈ ਰੂਪ ਰੰਗ ਰੇਖ ਤੋਂ ਨਿਆਰਾ ਹੈਗਾ? ਉਹ ਤਾਂ ਭਾਈ ਉਹਨੇ ਪਾਪ ਤੋਂ ਕੱਢਣਾ ਹੈ। ਉਹਨੇ ਜਿਹੜਾ ਹੈਗਾ ਇਹ ਪਰਪੁਰਖ ਦੀ ਜਿਹੜੀ ਹੈਗੀ ਆ ਇਹਦੀਆਂ ਤਾਰਾਂ ਜਿਹੜੀਆਂ ਹੈਗੀਆਂ ਤੋੜਨੀਆਂ ਹੈ ਉਹਨੇ ਇਸ ਤਰੀਕੇ ਦੇ ਨਾਲ। ਹਰ ਨਿਮਾਣਿਆਂ ਤੋਂ ਮਾਣ, ਹਰ ਡਾਢੀ ਹੂੰ ਤੋਂ ਡਾਢਿਆ। ਕਹਿੰਦੇ ਤੂੰ ਤਾਂ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਆ ਔਰ ਤੂੰ ਡਾਢਿਆਂ ਤੋਂ ਡਾਢਾ ਹੈਗਾ। ਤੇਰੇ ਅੱਗੇ ਕੋਈ ਜਿਹੜਾ ਹੈਗਾ ਆਪਣਾ ਜ਼ੋਰ ਨਹੀਂ ਦਿਖਾ ਸਕਦਾ। ਤੇਰੇ ਅੱਗੇ ਤੂੰ ਡਾਢੇ ਨੂੰ ਵੀ ਸਿੱਧਾ ਕਰ ਦੇਣਾ। ਐਸਾ ਤੇਰਾ 84 ਲੱਖ ਜੂਨਾਂ ਦਾ, ਐਸਾ ਤੇਰਾ ਦੁੱਖ ਦਾਰੂ ਵਾਲੀ ਗੱਲ ਆ, ਐਸਾ ਦਾਰੂ ਲਾਉਣਾ ਹੈ ਤੂੰ ਤੇ ਚੰਗੇ ਨੂੰ ਜਿਹੜਾ ਹੈਗਾ ਸੈੱਟ ਕਰ ਦੇਣਾ। ਹਰ ਨਿਮਾਣਿਆਂ ਤੋਂ ਮਾਣ, ਹਰ ਡਾਢੀ ਹੂੰ ਤੂੰ ਡਾਢਿਆ। ਹਰ ਅਹੰਕਾਰੀਆਂ ਮਾਰ ਨਿਵਾਏ, ਮਨਮੁਖ ਮੂੜ ਸਾਧਿਆ। ਕਹਿੰਦੇ ਵੱਡੇ ਅਹੰਕਾਰੀਆਂ ਨੂੰ, ਹਰਨਾਕਸ਼ ਵਰਗਿਆਂ ਨੂੰ ਜਿਹੜਾ ਹੈਗਾ ਮਾਰ ਕੇ ਨਿਵਾ ਦੇਣਾ ਹੈ ਤੂੰ। ਔਰ ਮਨਮੁਖ ਜਿੰਨੇ ਵੀ ਮਨਮੁਖ ਹੈ, ਮੂੜ ਹੈਗੇ ਜਿਹੜੇ ਮੂਰਖ ਤੋਂ ਮੂਰਖ ਮਨਮੁਖ ਪੂਰੇ, ਕਹਿੰਦੇ ਉਹਨਾਂ ਨੂੰ ਵੀ ਸਾਥ ਦੇਣਾ ਹੈ ਤੂੰ, ਉਹਨਾਂ ਨੂੰ ਵੀ ਸੈੱਟ ਕਰ ਦੇਣਾ ਹੈ। ਹਰ ਭਗਤਾਂ ਦੇ ਵਡਿਆਈ, ਗਰੀਬ ਅਨਾਥਿਆ। ਔਰ ਤੇਰਾ ਇੱਕ ਸੁਭਾਅ ਮੁੱਢ ਕਦੀਮੀ ਹੈਗਾ। ਜਿਹੜੀ ਤੇਰੀ ਭਗਤੀ ਕਰਦੇ ਆ ਭਾਈ, ਜਿਹੜੀ ਵੀ ਜੀਵ ਇਸਤਰੀ ਜਿਹੜੀ ਹੈਗੀ ਆ ਉਹ ਸੁਹਾਗਣ ਹੋਣਾ ਚਾਹੁੰਦੀ ਆ ਤੇ ਉਹਨੂੰ ਤੂੰ ਸੁਹਾਗ ਬਖਸ਼ ਦਿੰਦਾ ਹੈ, ਉਹਨੂੰ ਤੂੰ ਵਡਿਆਈ ਦੇ ਦਿੰਦਾ ਹੈ। ਜਿਹੜਾ ਇਨਸਾਨ ਗਰੀਬ ਹੋ ਕੇ, ਨਿਮਾਣਾ ਹੋ ਕੇ, ਅਨਾਥ ਹੋ ਕੇ ਤੇਰੇ ਅੱਗੇ ਬੇਨਤੀ ਕਰਦਾ ਹੈ ਕਿ ਮੈਂ ਤੇਰੇ ਕੋਲ ਆਉਣਾ ਚਾਹੁੰਦੀ ਹਾਂ, ਮੈਨੂੰ ਬਖਸ਼, ਮੈਨੂੰ ਸਹੀ ਰਸਤਾ ਦਿਖਾ। ਹਾਂਜੀ ਵੀਰ ਜੀ ਠੀਕ ਹੈ ਜੀ। ਉਹ ਕਹਿੰਦੇ ਕਿ ਜਿਹੜਾ ਵੀ ਬੰਦਾ ਪਰਮਾਤਮਾ ਦੀ ਭਗਤੀ ਕਰਦਾ ਹੈ ਤੇ ਕਹਿੰਦੇ ਪਰਮਾਤਮਾ ਫਿਰ ਕੀ ਕਰਦਾ ਹੈ, ਉਹਨੂੰ ਰੱਖ ਲੈਂਦਾ, ਉਹਨੂੰ ਸਾਂਭ ਲੈਂਦਾ। ਸਾਂਭ ਲੈਣ ਦਾ ਮਤਲਬ ਉਹਨੂੰ ਆਤਮਾ ਤੱਤ ਦੇ ਦਿੰਦਾ, ਉਸ ਬੰਦੇ ਨੂੰ ਮੁਕਤ ਕਰ ਦਿੰਦਾ। ਉਹ ਬਸ ਪਰਪੁਰਖ ਪਰਿਸਤਰੀ ਤੋਂ ਛੁਟਕਾਰਾ ਹੋ ਜਾਂਦਾ। ਹਾਂ, ਉਹਦਾ ਜਿਹੜਾ ਬੰਦੇ ਦਾ ਭਰਮ ਖਤਮ ਹੋ ਜਾਂਦਾ ਹੈ। ਉਸ ਬੰਦੇ ਦਾ ਜਿਹੜੀ ਜੀਵਨ ਦੀ ਦਿਸ਼ਾ ਹੈ ਨਾ ਉਹ ਬਦਲ ਜਾਂਦੀ ਹੈ। ਬਸ ਇਹਨਾਂ ਕਹਿ ਲਓ ਪੂਰੀ ਸੀ। ਬਿਲਕੁਲ। ਜਿਹੜਾ ਉਸ ਖੱਬੇ ਬੰਨੇ ਜਾ ਰਿਹਾ ਸੀ ਉਹ ਸੱਜੇ ਬੰਨੇ ਜਾਣਾ ਸ਼ੁਰੂ ਕਰ ਦਿੰਦਾ। ਇਹ ਹੈ ਪਰਮਾਤਮਾ ਦੇ ਵਿੱਚ ਜਾਣਾ, ਸਹੀ ਨੂੰ ਸਹੀ ਕਰਨਾ। ਜੋ ਵੀ ਕਰੇਗਾ ਸਹੀ ਕਰੇਗਾ, ਬਸ ਗਲਤ ਦਾ ਤਿਆਗ ਕਰ ਦਿੰਦਾ ਉਹ। ਕਿਉਂ? ਕਿਉਂਕਿ ਅੰਦਰੋਂ ਆਤਮਾ ਤੱਤ ਮਿਲ ਗਈ ਆ। ਆਤਮਾ ਦੇ ਅੰਦਰ ਜਦੋਂ ਸਾਡੀ ਸੁਰਤੀ ਚੱਲ ਜਾਂਦੀ ਹੈ ਉੱਥੇ ਮਲੀਨਤਾ ਨਹੀਂ ਹੈਗੀ, ਉੱਥੇ ਉਹ ਬਹੁਤ ਪਵਿੱਤਰ ਹੈ। ਤੇ ਫਿਰ ਉੱਥੇ ਫਿਰ ਜਿਹੜਾ ਗਿਆਨ ਹੈ, ਪਰਮ ਹੈ, ਜਦੋਂ ਹਨੇਰਾ ਖਤਮ ਹੋ ਗਿਆ ਸਾਨੂੰ ਚੀਜ਼ਾਂ ਦਿਖਣ ਡੈ ਪੈਂਦੀਆਂ ਨੇ। ਬਿਲਕੁਲ। ਹੁਣ ਜਦੋਂ ਚੀਜ਼, ਹੁਣ ਤੁਹਾਡੇ ਚਾਹ ਦੇ ਵਿੱਚ ਮੱਖੀ ਪਈ ਹੋਵੇ ਤੇ ਤੁਹਾਨੂੰ ਪਤਾ ਹੀ ਹੈ, ਤੁਹਾਨੂੰ ਕੋਈ ਕਿਤਾਬ ਥੋੜੀ ਪੜ੍ਹਨ ਦੀ ਲੋੜ ਹੈ, ਤੁਹਾਨੂੰ ਪਤਾ ਕੀ ਕਰਨਾ। ਠੀਕ ਨੀ ਜੀ ਸਾਹਿਬ? ਬਿਲਕੁਲ ਸਹੀ ਆ। ਔਰ ਇੱਕ ਗੱਲ ਹੋਰ ਦੇਖੋ, ਮਾਲਕ ਕਹਿੰਦਾ ਕਿ ਪਰਮਾਤਮਾ ਹਰ ਗੇਮ ਪੂਰੀ ਚੰਗੀ ਤਰ੍ਹਾਂ ਦੇਖ ਰਿਹਾ ਆ, ਨੈਗੇਟਿਵਿਟੀ ਵੀ ਦੇਖ ਰਿਹਾ, ਪੋਜ਼ਿਟਿਵਿਟੀ ਵੀ ਦੇਖ ਰਿਹਾ ਆ। ਤੇ ਜਿੰਨਾ ਵੀ ਡਾਢਾ ਹੋਏ ਇਨਸਾਨ, ਜਿੰਨਾ ਵੀ ਤਾਕਤਵਰ ਹੋਏ, ਜਿੰਨਾ ਵੀ ਜਿਹੜਾ ਹੈਗਾ ਹਉਮੈ ਦਾ ਭਰਿਆ ਹੋਏ, ਜਿੰਨੀ ਵੀ ਪਾਵਰਫੁਲ ਹੋਏ, ਜਿੰਨਾ ਮਰਜੀ, ਉਹ ਮਾਲਕ ਸੈੱਟ ਕਰ ਦਿੰਦਾ ਉਹਨੂੰ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਔਰ ਇਨਸਾਨ ਜਦੋਂ ਦੇਖੋ ਆਪਣੀ ਮਤਲਬ ਹਉਮੈ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ ਤੇ ਫਿਰ ਆਖਰ ਤੇ ਉਹਨੂੰ ਪਤਾ ਜ਼ਰੂਰ ਲੱਗਦਾ ਹੈ ਕਿ ਗਲਤ ਕੀਤਾ ਮੈਂ, ਉਦੋਂ ਫਿਰ ਪਛਤਾਉਂਦਾ ਹੈ। ਪਰ ਪਾਣੀ ਫਿਰ ਕਹਿੰਦੀ ਉਦੋਂ ਫਿਰ ਪਛਤਾਉਣ ਦਾ ਫਾਇਦਾ ਕੋਈ ਨਹੀਂ, ਹੁਣ ਚਿੜੀਆ ਜਿਹੜੀ ਬਸ
ਉਦੋਂ ਚਿੜੀਆ ਚੋਗੀ ਖੇਤ, ਬਿਲਕੁਲ ਸਹੀ ਗੱਲ ਹੈ। ਉਦੋਂ ਚੀਜ਼ ਤੇ ਖਤਮ ਹੋ ਗਈ, ਹੂੰ। ਜੋ ਕਰਨਾ ਸੀ ਉਹ ਤੇ ਕੀਤਾ ਹੀ ਨਹੀਂ। ਹੂੰ ਉਹ ਸਿਕੰਦਰ ਕਹਿੰਦਾ ਸੀ ਕਿ ਮੈਨੂੰ ਭਾਈ ਜੋ ਮੈਂ ਕਰਨਾ ਸੀ, ਜੇ ਇੱਕ ਮੈਂ ਛੋਟਾ ਜਿਹਾ ਕਲਾਕਾਰ ਹੁੰਦਾ ਤੇ ਆਪਣਾ ਜੀਵਨ ਬਤੀਤ ਕਰਦਾ, ਘਰੇ ਰਹਿੰਦਾ, ਆਪਣੇ ਬੱਚਿਆਂ 'ਚ ਰਹਿੰਦਾ, ਮੈਂ ਤਾਂ ਸਾਰੀ ਜ਼ਿੰਦਗੀ ਲੜਦਾ ਹੀ ਰਿਹਾ। ਹੂੰ ਪਰ ਲੜਾਈ ਦੇ ਪਿੱਛੇ ਕੋਈ ਪ੍ਰਾਪਤੀ ਤੇ ਕੋਈ ਹੋਈ ਨਹੀਂ। ਜਿਹੜੀ ਚੀਜ਼ ਪ੍ਰਾਪਤ ਹੋਈ ਉਹ ਤੇ ਮੈਂ ਰਾਹ 'ਚ ਹੀ ਛੱਡ ਆਇਆ। ਬਿਲਕੁਲ। ਸੋ ਅੱਜ ਦੇ ਵਿਚਾਰੇ ਇੱਥੇ ਨਹੀਂ ਜੱਜ ਸਾਹਿਬ। ਬਹੁਤ ਵਧੀਆ ਗੁਰਕੀ ਸਾਹਿਬ, ਬਹੁਤ ਵਧੀਆ। ਇਹ 21 ਪੌੜੀਆਂ ਹੈਗੀਆਂ, 17ਵੀਂ ਤੇ ਆ ਗਏ ਹਾਂ ਆਪਾਂ। ਹੁਣ ਤਾਂ ਚੜ੍ਹਾਈ ਹੋਣੀ ਆ ਬਸ। ਬਹੁਤ ਇਸ ਠੀਕ। ਹਾਂਜੀ, ਗਿਆਨ ਬਹੁਤ, ਇਹਨੂੰ ਜਿਹੜਾ ਹੈਗਾ ਆਪਾਂ ਬਿਲਕੁਲ ਜਿਹੜਾ ਇਹਨੂੰ ਡਾਈਜੈਸਟ ਕਰਾਂਗੇ, ਇਹਨੂੰ ਚਬਾ ਕੇ ਲਵਾਂਗੇ। ਹਾਂਜੀ ਵੀਰ ਜੀ। ਵੀਰ ਜੀ ਇੱਕ ਅਰਦਾਸ ਕਰਾਉਣੀ ਸੀ। ਹਾਂਜੀ ਬੋਲੋ ਮੇਰੀ ਜੀ। ਇੱਕ ਫਰੈਂਡ, ਉਹ ਵਿਚਾਰੇ ਦਾ ਕੋਈ ਨਹੀਂ ਹੈ, ਮਾँ बाप भी नहीं है, तो ਉਹਦਾ ਹਸਬੈਂਡ ਬਹੁਤ ਤੰਗ ਕਰਨਾ। ਚਲੋ ਗੁਣਵਾਨੀ ਅਰਦਾਸ ਕਰ ਦੋ। ਨਾ ਕੀ ਤਾਂ ਚਾਹੀਦਾ, ਕੋਈ ਲੈਣਾ ਦੇਣਾ ਹੀ ਨਹੀਂ। ਹਾਂਜੀ ਇਹ ਇਹਨਾਂ ਕੋਈ ਕਰਮਾਂ ਦਾ, ਹਾਂ ਇਹ ਨਾ ਕਰਮਾਂ ਦਾ ਸਤਾ ਹੁੰਦਾ ਹੈ। ਹਾਂਜੀ ਹਾਂਜੀ। ਇਹ ਕੋਈ ਨਾ ਇੱਥੇ ਚ ਨਾ ਕੁਦਰਤੀ ਕਿਤੇ ਕਿਸੇ ਦੇ ਵਾਦੀ ਗੱਲ ਨਹੀਂ, ਉਹ ਕੋਈ ਵਿਚਾਰੀ ਭੋਗਣ ਦੀ ਹੈ। ਚਲੋ ਕੋਈ ਨਹੀਂ, ਅਰਦਾਸ ਕਰਦੇ ਹਾਂ। ਹਾਂਜੀ ਰਾਣੀ। ਠੀਕ ਹੈ ਜੀ। ਹਾਂ ਕੋਈ ਗੱਲ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਮੇਰੇ ਪਿਤਾ 2 ਅਰਦਾਸਾਂ ਆਈਆਂ ਨੇ ਸ਼ੁਕਰਾਨੇ ਦੀਆਂ। ਇੱਕ ਅਰਦਾਸ ਆਈ ਹੈ ਭੈਣ ਦੀ, ਉਹ ਕਹਿੰਦੀ ਕਿ ਉਹਨਾਂ ਦੀ ਬੱਚੀ ਦੀ ਸਿਹਤ ਬਹੁਤ ਠੀਕ ਹੋ ਗਈ ਆ, ਜੋ ਉਹਨਾਂ ਦੇ ਕਸ਼ਟ ਸੀ ਉਹ ਠੀਕ ਹੋ ਗਏ ਨੇ, ਤੇ ਉਹ ਸ਼ੁਕਰਾਨੇ ਲਈ ਤੁਹਾਡੇ ਘੜੀ ਅਰਦਾਸ ਕਰਦੇ ਨੇ। ਤੇ ਮੇਰੇ ਪਿਤਾ ਇੱਕ ਹੋਰ ਅਰਦਾਸ ਆ, ਉਹ ਕਹਿੰਦੇ ਸੀ ਗੋਡਿਆਂ ਦਾ ਆਪਰੇਸ਼ਨ ਵਧੀਆ ਹੋ ਗਿਆ, ਹੁਣ ਉਹ ਚਾਹੁੰਦੇ ਕਿ ਤੰਦਰੁਸਤ ਹੋਣ ਤਾਂ ਜੋ ਆਪਣਾ ਜੀਵਨ ਸਹੀ ਤਰੀਕੇ ਨਾਲ ਚਲਾਉਣ। ਇੱਕ ਮੇਰੇ ਪਿਤਾ ਹੋਰ ਅਰਦਾਸ ਆਈ ਹੈ ਜੀਵਨ ਸਾਥੀ ਦੇ ਪ੍ਰਤੀ। ਆਪ ਜਾਨੀ ਜਾਣ ਜੋ ਮੇਰੇ ਮਾਲਿਕ, ਜਿੱਥੇ ਵੀ ਕਮੀ ਪੇਸ਼ੀ ਆਪ ਦੂਰ ਕਰੋ, ਉਹਨਾਂ ਨੂੰ ਇੱਕ ਚੰਗਾ ਸਾਫ਼ ਸੁਥਰਾ ਜੀਵਨ ਬਤੀਤ ਕਰਨ ਵਾਸਤੇ ਆਸ਼ੀਰਵਾਦ ਦਿਓ ਮੇਰੇ ਮਾਲਿਕ। ਬਿਰਥੀ ਨਾ ਜਾਏ ਜਨ ਕੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਸਾਧ ਸੰਗਤ ਜੀ ਦੀ ਹੁਣ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।